वाहेगुरु वाहेगुरु एक ओंकार सतनाम करता पुरख निरभव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच मैं मूर्ख की केतक बात है कोट पराधी तरया रे गुरु नानक जिन सुनिया देखिया से फिर गर्भास ना परया रे तेंडी बंदिश में कोई ना डिठा तू नानक मन पाना कोल कुमाई तिस मित्र विचोले जहमिल कंत पछाणा नानक कचड़ियां स्यों तोड़ ढूंढ सजन संत पक्किया ओए जीवन दे बिछड़े ओ मोया न जाई छो
ਕੱਚੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ, 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 ਕੱਚੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ। ਸਤਿਗੁਰ ਦਾ ਰਸਤਾ ਪੱਕਾ, 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 ਸਤਿਗੁਰ ਦਾ ਰਸਤਾ ਪੱਕਾ। ਕੱਚੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ, ਕੱਚੇ ਚੜ ਜਾਂਦੇ ਨੇ ਜੀ ਸਤਿਗੁਰ ਦਾ ਰਸਤਾ ਪੱਕਾ, ਕੱਚੇ ਚੜ ਜਾਂਦੇ ਨੇ 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 ਸਤਿਗੁਰ ਦਾ ਰਸਤਾ ਪੱਕਾ। ਸਤਿਗੁਰ ਦਾ ਰਸਤਾ ਪੱਕਾ, 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 ਸਤਿਗੁਰ ਦਾ ਰਸਤਾ ਪੱਕਾ। ਕੱਚੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ, 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 ਕੱਚੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ। ਕਬੀਰ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨ ਕੋਏ, ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ, ਪਾਸ ਹੁੰਦੇ ਨੇ ਮਰ ਜੀਵੜੇ, ਪਾਸ ਹੁੰਦੇ ਨੇ ਜੀ ਮਰ ਜੀਵੜੇ, ਪਾਸ ਹੁੰਦੇ ਨੇ ਮਰ ਜੀਵੜੇ,
ਮਰ ਜੀਵੜੇ ਪਾਸ ਹੁੰਦੇ ਨੇ ਮਰ ਜੀਵੜੇ ਮਰ ਜੀਵੜੇ ਵਾਹ ਵਾਹ ਮਰ ਜੀਵੜੇ ਮਰ ਜੀਵੜੇ ਮਰ ਜੀਵੜੇ ਮਰ ਜੀਵੜੇ ਮਰ ਜੀਵੜੇ ਵਾਹਿਗੁਰੂ 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 ਜਦੋਂ ਰਾਮ ਨੇ ਕਸੌਟੀ ਲਈ ਪਾਸ ਹੁੰਦੇ ਮਰ ਜੀਵੜੇ ਜਦੋਂ ਰਾਮ ਨੇ ਕਸੌਟੀ ਲਈ ਪਾਸ ਹੁੰਦੇ ਮਰ ਜੀਵੜੇ ਜਦੋਂ ਰਾਮ ਨੇ ਕਸੌਟੀ ਲਾਈ ਪਾਸ ਹੁੰਦੇ ਮਰ ਜੀਵੜੇ ਜਦੋਂ ਰਾਮ ਨੇ ਕਸੌਟੀ ਲਾਈ ਪਾਸ ਹੁੰਦੇ ਮਰ ਜੀਵੜੇ ਓ ਰਾਮ ਨੇ ਕਸੌਟੀ ਲਾਈ ਪਾਸ ਹੁੰਦੇ ਮਰ ਜੀਵੜੇ ਜਦੋਂ ਰਾਮ ਨੇ ਕਸੌਟੀ ਲਾਈ ਪਾਸ ਹੁੰਦੇ ਮਰ ਜੀਵੜੇ ਪਾਸ ਹੁੰਦੇ ਜੀ ਮਰ ਜੀਵੜੇ ਪਾਸ ਹੁੰਦੇ ਜੀ ਮਰ ਜੀਵੜੇ ਪਾਸ ਹੁੰਦੇ ਜੀ ਮਰ ਜੀਵੜੇ ਪਾਸ ਹੁੰਦੇ ਮਰ ਜੀਵੜੇ ਪਾਸ ਹੁੰਦੇ ਜੀ ਮਰ ਜੀਵੜੇ ਪਾਸ ਹੁੰਦੇ ਜੀ ਮਰ ਜੀਵੜੇ ਆਏ ਹਨ ਮਾਣੇ ਆਏ ਹਨ ਮਾਣੇ ਪਾਗਲਾਓ ਪਾਤਸ਼ਾਹ ਬੰਦਗੀ ਦੀ ਖੈਰ ਝੋਲੀ ਪਾਓ ਪਾਤਸ਼ਾਹ ਬੰਦਗੀ ਦੀ ਖੈਰ ਝੋਲੀ ਪਾਓ ਪਾਤਸ਼ਾਹ ਆਏ ਹਾਨੇ ਮਾਣੇ ਪਾਗਲਾਓ ਪਾਤਸ਼ਾਹ
बंदगी दी खैर झोली पाओ पातशाह, बंदगी दी खैर झोली पाओ पातशाह। आए हान माने भाग लाओ पातशाह, आए हान माने भाग लाओ पातशाह। बंदगी दी खैर झोली पाओ पातशाह, बंदगी दी खैर झोली पाओ पातशाह। आए हान माने लाओ पातशाह, बंदगी दी खैर झोली पाओ पातशाह, बंदगी दी खैर झोली पाओ पातशाह। आए हान माने पाग लाओ पातशाह, बंदगी दी खैर झोली पाओ पातशाह, बंदगी दी खैर झोली पाओ पातशाह। फिरत प्रभ आया हरिया कहो सरनाए, नानक की प्रभ बेनती अपनी भक्ति लाए। तेरी पन है खुदाए, तू बख्शंदगी सेख फरीद खैर दीजै बंदगी। यही बेनती है। सब तो पहला फतेह दी सांझ करिए। कोई भी रसना बांझी न रवे, गज के आखो वाहिगुरु जी का खालसा वाहिगुरु जी की फतेह। आ संगत मूरे आ जाओ इत्थे उठ के। फतेह दी सांझ जिहड़ी है, ये जदों गुरसिख बुलाउंदा ना फतेह, दो वारी वाहिगुरु दा सिमरन हो जाता है। कल्ली फतेह नहीं हुंदी, फतेह दे विच सिमरन है। जदों कहने नानक नाम चढ़दी कला, तेरे भाने सरबत दा भला, सरबत दा भला। कई कह देंगे सरबत का भला, सरबत दा भला, मीनिंग एक ही है। पर वो तां भला है जे तेनू भावे। असी नाम दे सहारे चढ़दी कला होनी है। जे साडे हिरदे च नाम बसदा है, फिर चढ़दी कला। फिर जिंदगी च कोई दुख आ जाए तुसी दुखी नहीं रहोगे। जिन्ने मर्जी दुख आ जान, दुनिया भर दे दुख आ जान, जे हिरदे च नाम वसदा है तुहानू दुखी नहीं कर सकते। ये नाम दी बरकत ही ऐसी है। प्रभु को सिमरे से सर्व के राजे। जेड़े सिमरन करते हो रजे हुंदे आ, राजे हुंदे आ। उन्हां दा मन तृप्त हुंदा है। उन्हां नूं हर वेले वाहिगुरू चेते रहिंदा है। हर वेले मौत याद है। अज दास का जन्मदिन है 20 अगस्त। चलो संगतां ने, परिवार ने
ਕੇਕ ਭੇਜਿਆ ਬਾਹਰੋਂ, ਆਰਡਰ ਕੀਤਾ ਉਹਨਾਂ ਨੇ। ਹੋਰ ਸੰਗਤਾਂ ਆਈਆਂ, ਬੇਅੰਤ ਸੰਗਤਾਂ ਸਵੇਰ ਤੋਂ। ਮੈਨੂੰ ਬਾਬਾ ਕਰਨੈਲ ਸਿੰਘ ਜੀ ਕਹਿ ਰਹੇ ਸੀ, ਮਿੱਠਾਪੁਰ ਵਾਲੇ, ਕਹਿੰਦੇ ਤੁਸੀਂ ਵੀ ਸੰਗਤ ਆਉਂਦੀ ਜਾਂਦੀ ਬਹਿੰਦੀ ਉੱਠਦੀ ਦੀ ਫੋਟੋ ਪਾਇਆ ਕਰੋ ਸੰਗਤ ਦੀ। ਤੇ ਦਾਸ ਕਹਿੰਦਾ ਹੁੰਦਾ ਮੈਂ ਬੇਨਤੀ ਇਹੀ ਕਰਦਾ ਵੀ ਇਹ ਜਿਹੜਾ ਪਖੰਡ ਨਾ ਸਾਡੇ ਮਹਾਂਪੁਰਖਾਂ ਨੇ ਕੀਤਾ ਤੇ ਨਾ ਹੀ ਸਾਡਾ ਦਿਲ ਮੰਨਦਾ ਹੈ। ਬਾਬਾ ਕਰਨੈਲ ਸਿੰਘ ਜੀ ਇਹਨਾਂ ਨੂੰ ਪਤਾ ਹੈ। ਸਾਡੇ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੀਰਾਂ ਵਾਲੇ, ਉਹਨਾਂ ਕੋਲੇ ਇੰਨੀ ਸੰਗਤ ਆਉਂਦੀ ਸੀ। ਦਾਸ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿ ਰਿਹਾ ਕਿ ਰੋਜ਼ਾਨਾ ਨਵੀਂ ਤੋਂ ਨਵੀਂ ਸੰਗਤ ਆਉਂਦੀ ਹੁੰਦੀ ਸੀ। ਅਮੀਰ ਗਰੀਬ ਦਾ ਸਵਾਲ ਨਹੀਂ ਹੈ। ਤੇ ਬਾਬਾ ਜੀ ਕਹਿੰਦੇ ਸੀ ਸੰਗਤ ਗੁਰੂ ਨਾਨਕ ਦੀ ਹੈ, ਕਹਿ ਦਿਓ ਹੈ। ਜੇ ਅੱਜ ਅਸੀਂ ਤੁਹਾਡੇ ਨਾਲ ਫੋਟੋਆਂ ਖਿਚਾ ਕੇ ਇਕੱਠ ਦਿਖਾ ਕੇ ਫੋਟੋਆਂ ਪਾ ਦਈਏ ਵੀ ਇੰਨੀ ਸੰਗਤ ਹੈ, ਉਹ ਸੰਗਤ ਤਾਂ ਗੁਰੂ ਨਾਨਕ ਦੀ ਹੈ। ਤੁਸੀਂ ਸਾਨੂੰ ਪਿਆਰ ਕਰਦੇ ਹੋ ਕੀਰਤਨ ਦੇ ਸਦਕੇ। ਜੇ ਅਸੀਂ ਅੱਜ ਕੀਰਤਨ ਛੱਡ ਦਈਏ ਤੇ ਕੋਈ ਨਾ ਵਧਾਈ ਦੇਵੇ, ਨਾ ਕੋਈ ਮੈਸੇਜ ਕਰੇ। ਇਹ ਚੀਜ਼ਾਂ ਮਾਫ ਕਰਿਓ, ਇਹ ਚੀਜ਼ ਦੀ ਉਹਨੂੰ ਲੋੜ ਹੈ ਜਿਹਨੂੰ ਕੋਈ ਪੁੱਛਦਾ ਨਹੀਂ। ਉਹਨੇ ਵਿਖਾਉਣਾ ਵੀ ਆਹ ਦੇਖੋ ਇੰਨੀ ਸੰਗਤ ਮੈਨੂੰ ਸੁਣਦੀ ਹੈ ਜਾਂ ਮੈਨੂੰ ਮੰਨਦੀ ਹੈ। ਇੱਕ ਤਾਂ ਆਪਣੀ ਮਾਨ ਪ੍ਰਭਤਾ ਨੂੰ ਪੱਠੇ ਹੈ, ਤੇ ਦੂਜੀ ਇਹਨਾਂ ਨੂੰ ਵੇਖ ਕੇ ਹੋਰ ਵੀ ਸੰਗਤ ਆਊਗੀ। ਤੀਜੀ ਜਿਹੜੀ ਕੰਪਨੀ ਦਾ ਮਾਲ ਵਿਕਣੋਂ ਬੰਦ ਹੋ ਜੇ ਨਾ, ਉਹਨੂੰ ਐ ਹੁੰਦਾ ਵੀ ਹੁਣ ਇਹਦੀ ਮਸ਼ਹੂਰੀ ਕਰਾ ਦਈਏ, ਐਡ ਕਰਾ ਦਿਓ। ਜਦੋਂ ਐਡਵਰਟਾਈਜ਼ਮੈਂਟ ਹੋਏਗੀ ਤੇ ਇਹ ਫੇਰ ਮਾਲ ਵਿਕੂਗਾ। ਤੇ ਜਿਹੜੀ ਬ੍ਰਾਂਡਡ ਗੱਡੀਆਂ ਹੁੰਦੀਆਂ ਨਾ, ਉਹਨਾਂ ਨੂੰ ਮਸ਼ਹੂਰੀ ਦੀ ਲੋੜ ਨਹੀਂ ਹੁੰਦੀ, ਕਹਿ ਦਿਓ ਵਾਹਿਗੁਰੂ। ਉਹ ਸਦਾ ਬਹਾਰ ਚੱਲਦੀਆਂ ਹੀ ਰਹਿੰਦੀਆਂ, ਉਹ ਸਦਾ ਹੀ ਚੱਲਦੀਆਂ। ਜਿਹਨੂੰ ਪਤਾ ਹੈ ਵੀ ਮੇਰਾ ਮਾਲ ਨਹੀਂ ਵਿਕਦਾ, ਉਹ ਮਸ਼ਹੂਰੀ ਕਰਦਾ ਹੈ, ਚਾਹੇ ਕੋਈ ਵੀ ਹੈ। ਤੇ ਬਾਬਾ ਜੀ ਕਹਿੰਦੇ ਆ ਦੁਨੀਆ ਤੇ ਆਸ ਨਹੀਂ ਰੱਖਣੀ, ਆਸ ਉਸ ਵਾਹਿਗੁਰੂ ਤੇ ਰੱਖੋ ਜਿਹੜਾ ਸਾਰੀ ਦੁਨੀਆ ਨੂੰ ਪਾਲਦਾ। ਬੋਲੋ ਵਾਹਿਗੁਰੂ। ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਸਰੀਰਾਂ ਨਾਲ ਨਹੀਂ ਜੁੜਨਾ, ਦੂਜਾ ਆਪ ਹੀ ਅਸੀਂ ਸੰਗਤਾਂ ਦੀਆਂ ਫੋਟੋਆਂ ਪਾ ਰਹੇ ਹਾਂ। ਉਹ ਕਿਹਦੇ ਨਾਲ ਜੋੜਿਆ ਜਾ ਰਿਹਾ? ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ ਤੇ ਦੀਦਾਰ ਖਾਲਸੇ ਦੇ। ਮਾਣ ਕਰੂੰ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ। ਅੱਜ ਬੜੀ ਸੰਗਤ ਪਿਆਰ ਵਿੱਚ ਆਈ ਤੇ ਦਾਸ ਨੇ ਆਪਦੇ ਜਨਮ ਦਿਨ ਦੀ ਸ਼ੁਰੂਆਤ ਅੱਜ ਬੂਟੇ ਲਾ ਕੇ ਕੀਤੀ ਹੈ। ਤੇ ਕੱਲ ਨੂੰ ਹੋਰ ਵੀ ਬੂਟੇ ਵੰਡਾਂਗੇ। 113 ਬੂਟੇ ਜਿਹੜੇ ਲਾਏ ਜਾਣਗੇ, ਬੜੇ ਵਧੀਆ ਬੂਟੇ ਜਿਹੜੇ ਵੱਡੇ ਦਰਖਤ ਬਣਨੇ ਨੇ। ਜਨਮ ਦਿਨ ਤਾਂ ਮਾਫ ਕਰਿਓ,
ਇਹ ਅਸੀਂ ਕਹਿ ਦਿੰਨੇ ਹੈਪੀ ਬਰਥਡੇ ਹੈ ਨਾ, ਪਰ ਮਾਫ ਕਰਿਓ, ਹੁੰਦਾ ਤਾਂ ਬੰਦੇ ਦੀ ਉਮਰ ਵਿੱਚ ਘਟਾਉਤੀ ਹੈ। ਆਖੋ ਵਾਹਿਗੁਰੂ। ਸਾਹਿਬ ਬਾਣੀ ਵਿੱਚ ਵੀ ਕਹਿੰਦੇ ਜਨਨੀ ਜਾਣਤ ਹੈ ਕਿ ਸੁਤ ਵੱਡਾ ਹੋਤ ਹੈ, ਪਰ ਅੱਗੇ ਕਹਿੰਦੇ ਇਤਨਾ ਕੋ ਨਾ ਜਾਣੇ ਕਿ ਦਿਨ ਦਿਨ ਅਵਧ ਘਟਤ ਹੈ। ਮਾਂ ਬੱਚੇ ਨੂੰ ਗੋਦੀ ਵਿੱਚ ਬਿਠਾ ਕੇ ਕਹਿੰਦੀ ਸਾਲ ਦਾ ਹੋ ਗਿਆ, ਅੱਜ 5 ਦਾ ਹੋ ਗਿਆ, ਅੱਜ 10 ਦਾ ਹੋ ਗਿਆ, ਅੱਜ 20 ਦਾ ਹੋ ਗਿਆ, ਅੱਜ 30 ਦਾ ਹੋ ਗਿਆ, ਅੱਜ 40 ਦਾ ਹੋ ਗਿਆ, ਪਰ ਉਹਨੂੰ ਮੋਹ ਵਿੱਚ ਪਈ ਨੂੰ ਇਹ ਨਹੀਂ ਪਤਾ ਵੀ ਇਹਦੀ ਉਮਰ ਦੇ 40 ਸਾਲ ਘਟ ਗਏ। ਕਹਿ ਦਿਓ ਵਾਹਿਗੁਰੂ। 40 ਸਾਲ ਤੱਕ ਗਏ। ਮੋਹ ਵਿੱਚ ਪਤਾ ਨਹੀਂ ਉਹਨੂੰ ਇਹਨਾਂ। ਫਿਰ ਅੱਗੇ ਕਹਿੰਦੇ ਮੋਰ ਮੋਰ ਕਰ ਅਡਕ ਲਾਡ ਧਰ, ਪੇਖਤ ਹੀ ਜਮਰਾਓ ਹੱਸੈ। ਮੇਰਾ ਮੇਰਾ ਕਰਕੇ ਮਾਂ ਵਾਦਾ ਲਾਡ ਲਡਾਉਂਦੀ ਹੈ, ਇੱਧਰ ਮਾਂ ਕਹਿੰਦੀ ਹੈ ਮੇਰਾ ਮੇਰਾ, ਮੇਰੀ ਧੀ ਮੇਰਾ ਪੁੱਤ। ਉਧਰੋਂ ਯਮਰਾਜ ਕਹਿੰਦਾ ਹੈ ਇਹ ਤਾਂ ਮੇਰਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੂੰ ਮਾਣ ਨਹੀਂ ਹੈ, ਮਾਣ ਕੇਵਲ ਵਾਹਿਗੁਰੂ ਜੀ ਤੇ, ਕਿ ਪਰਮਾਤਮਾ ਤੇਰੇ ਤੇ ਭਰੋਸਾ ਹੈ। ਬਾਬਾ ਆਨੰਦ ਸਿੰਘ ਜੀ ਕਹਿੰਦੇ ਦੁਨੀਆ ਨਾਲੋਂ ਅੱਜ ਵੀ ਟੁੱਟੀ, ਦੁਨੀਆ ਨਾਲੋਂ ਕੱਲ ਵੀ ਟੁੱਟੀ, ਤੂੰ ਉਹਦੇ ਨਾਲ ਲਾ ਲੈ ਜਿਹੜਾ ਲਾ ਕੇ ਨਾ ਤੋੜੇ। ਕਹਿ ਦਿਓ ਵਾਹਿਗੁਰੂ। ਬਸ ਉਹਦਾ ਬਣ ਜਾ। ਜਿਹਨੇ ਦੁਨੀਆ ਨਾਲ ਲਾਈ ਹੈ, ਫਿਰ ਦੁਨੀਆ ਕਿਸੇ ਤੋਂ ਖੁਸ਼ ਨਹੀਂ ਹੋਈ ਅੱਜ ਤੱਕ। ਦੱਸੋ, ਇੰਨੇ ਬੈਠੇ ਆ, ਸਾਡੇ ਰਿਸ਼ਤੇਦਾਰ ਭੈਣ ਭਰਾ ਹੀ ਖੁਸ਼ ਨਹੀਂ ਹੁੰਦੇ? ਹੁੰਦੇ ਆ ਖੁਸ਼? ਕਦੇ ਕਿਸੇ ਦਾ ਮੂੰਹ ਵਿੰਗਾ, ਕਦੇ ਕਿਸੇ ਦਾ ਮੂੰਹ ਵਿੰਗਾ। ਤੇ ਇਹ ਦੁਨੀਆ ਪਿੱਛੇ ਲੱਗੇ, ਫਿਰ ਉਹਨਾਂ ਦੇ ਮੁਤਾਬਕ ਉਹੋ ਜੀ ਬੋਲੀ ਬੋਲਣੀ ਪਊਗੀ। ਫਿਰ ਤਾਂ ਆਜ਼ਾਦੀ ਨਹੀਂ ਹੈ, ਫਿਰ ਤਾਂ ਗੁਲਾਮੀ। ਗੁਲਾਮ ਆਜ਼ਾਦ ਤਾਂ ਉਹ ਹੈ ਫਿਰ ਬੇਪਰਵਾਹ ਸਦਾ ਰੰਗ ਹਰ ਕੇ। ਕਹਿੰਦਾ ਮੇਰੀ ਵਾਹਿਗੁਰੂ ਨਾਲ ਲੱਗੀ ਰਵੇ, ਦੁਨੀਆ ਦਾ ਕੀ ਹੈ? ਇਹ ਨਹੀਂ ਖੁਸ਼ ਹੁੰਦੀ। ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ। ਸਾਡੇ ਮਹਾਂਪੁਰਖਾਂ ਨੇ ਸਾਰੀ ਜ਼ਿੰਦਗੀ ਦਿਖਾਵਾ ਨਹੀਂ ਕੀਤਾ, ਪਖੰਡ ਨਹੀਂ ਕੀਤਾ। ਤੇ ਜਿੱਦੇ ਮਹਾਂਪੁਰਖ ਸੱਚਖੰਡ ਨੂੰ ਜਾਂਦੇ ਆ ਤੇ ਫਿਰ ਇਕੱਠ ਸੀ ਜਿਹੜਾ। ਤੁਸੀਂ ਇਹ ਦੇਖ ਲਓ ਵੀ ਜੋ ਉਸ ਵੇਲੇ ਦੀ ਰਿਪੋਰਟ ਸੀ ਇਕੱਠ ਦੀ, 30 ਤੋਂ 35 ਲੱਖ ਦੇ ਵਿੱਚ ਇਕੱਠ ਸੀ। 30 ਤੋਂ 35 ਲੱਖ ਸੰਗਤਾਂ ਇੱਕੇ ਦਿਨ ਹਾਜ਼ਰੀ ਹੋਈ, ਜਿੱਦੇ ਸਾਡੇ ਮਹਾਂਪੁਰਖਾਂ ਨੂੰ ਜਲ ਪ੍ਰਵਾਹ ਕੀਤਾ ਹਰੀ ਕੇ ਪੱਤਨ। ਕਦੇ ਮਸ਼ਹੂਰੀ ਨਹੀਂ ਕੀਤੀ ਉਹਨਾਂ ਨੇ, ਕਦੇ ਟੈਲੀਵਿਜ਼ਨਾਂ 'ਚ ਐਡ ਨਹੀਂ ਲਵਾਈ, ਕਦੇ ਇਸ਼ਤਿਹਾਰ ਨਹੀਂ ਲਵਾਏ ਉਹਨਾਂ ਨੇ। ਪਹਿਲੇ 22 ਸਾਲ ਤਾਂ ਨਾਨਕਸਰ ਦੀ ਰੇਲਵੇ ਦੀ ਲਾਈਨ ਹੀ ਨਹੀਂ ਲੰਘੇ, ਰੇਲਵੇ ਕ੍ਰੋਸਿੰਗ ਉਹੀ ਨਹੀਂ ਲੰਘੇ, ਅੰਦਰ ਹੀ ਰਹੇ ਸੇਵਾ 'ਚ, ਗੁਰੂ ਸਾਹਿਬ ਦੀ ਸੇਵਾ 'ਚ। ਗੁਰੂ ਸਾਹਿਬ ਵੱਲੀ ਮੁੱਖ ਕਰ ਲੋ, ਇਹ ਬਚਨ ਕਰਦੇ ਸੀ। ਪਰਛਾਵਾਂ ਤੁਹਾਡੇ ਪਿੱਛੇ ਪਿੱਛੇ ਆਊਗਾ। ਤੇ ਗੁਰੂ ਸਾਹਿਬ ਕੀ ਹੈ? ਗੁਰੂ ਨਾਨਕ ਦੇ ਚਰਨ ਹੈ ਸੂਰਜ। ਸੂਰਜ ਵੱਲੀ ਮੁੱਖ ਕਰ ਲੋ, ਦੁਨੀਆ ਤੁਹਾਡੇ ਮਗਰ ਮਗਰ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇ ਜਿਹੜੇ ਸੂਰਜ ਵੱਲੀ ਪਿੱਠ ਕਰ ਲੈਂਦੇ ਨੇ, ਸਾਰੀ ਜ਼ਿੰਦਗੀ ਪਰਛਾਵਾਂ ਉਹਨਾਂ ਦੇ ਹੱਥ ਨਹੀਂ ਆਉਂਦਾ। ਉਹ ਥੱਕ ਜਾਂਦੇ ਨੇ ਭੱਜ ਭੱਜ ਪਰਛਾਵੇਂ ਦੇ ਪਿੱਛੇ। ਪਰਛਾਵਾਂ ਮੂਰੇ ਮੂਰੇ ਜਾਂਦਾ ਭੱਜਿਆ, ਸੂਰਜ ਪਿੱਛੇ ਹੈ, ਪਰਛਾਵਾਂ ਤੁਹਾਡੇ ਮੂਰੇ ਮੂਰੇ ਭੱਜਿਆ ਜਾਊ। ਤੁਸੀਂ ਜਿੰਨੀ ਤੇਜ਼ ਭੱਜੋਗੇ ਪਰਛਾਵੇਂ ਦੇ ਮਗਰ, ਪਰਛਾਵਾਂ ਉਦੋਂ ਵੀ ਤੇਜ਼ ਜਾਏਗਾ। ਤੇ ਸੂਰਜ ਵੱਲੀ ਮੁੱਖ ਕਰ ਲੋ, ਪਰਛਾਵਾਂ ਤੁਹਾਡੇ ਮਗਰ ਮਗਰ ਭੱਜਿਆ ਆਊਗਾ। ਜਿੰਨੀ ਤੇਜ਼ ਤੁਸੀਂ ਭੱਜੋਗੇ, ਪਰਛਾਵਾਂ ਉਨੀ ਸਪੀਡ ਨਾਲ ਆਊ।
ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾ ਪੂਜ ਕਰਾਵਾ। ਇਹ ਜਿਨ੍ਹਾਂ ਨੇ ਪੂਜਿਆ ਨਾ ਉਸ ਪਰਮਾਤਮਾ ਨੂੰ, ਅਕਾਲ ਪੁਰਖ ਨੂੰ, ਦੁਨੀਆ ਉਹਨੂੰ ਪੂਜਦੀ ਹੈ। ਧੰਨ ਧੰਨ ਬਾਬਾ ਆਨੰਦ ਸਿੰਘ ਨੂੰ ਓਏ ਉਹਨਾਂ ਦੀ ਸੋਭਾ ਕੋਈ ਨਹੀਂ ਘਟਾ ਸਕਦਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਕਿਉਂਕਿ ਉਹ ਦੁਨੀਆ ਮਗਰ ਨਹੀਂ ਭੱਜੇ, ਉਹ ਨਿਰੰਕਾਰ ਪਿੱਛੇ ਭੱਜੇ, ਇੱਕ ਵਾਹਿਗੁਰੂ ਨਾਲ। ਉਹ ਤਾਂ ਮੰਗਣ ਵੀ ਨਹੀਂ ਗਏ, ਇੱਕ ਥਾਂ ਚੌਂਕੜਾ ਲਾ ਕੇ ਬਹਿ ਗਏ। ਕਹਿੰਦੇ ਜੇ ਗੁਰੂ ਨਾਨਕ ਸਾਹਿਬ ਨੂੰ ਫਿਕਰ ਹੋਊ ਆਪੇ ਭੇਜੂ ਪ੍ਰਸ਼ਾਦਾ। ਬੋਲੋ ਵਾਹਿਗੁਰੂ। ਅੱਜ ਸੰਸਾਰ ਭਰ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਠਾਠਾਂ ਨੇ, ਇਕੱਲੇ ਇੰਡੀਆ ਨਹੀਂ ਬਾਹਰਲੇ ਮੁਲਕਾਂ 'ਚ ਹਰੇਕ ਸਥਾਨ ਤੇ ਪੱਕਿਆ ਪਕਾਇਆ ਪ੍ਰਸ਼ਾਦਾ ਆਉਂਦਾ। ਤੇ ਬਾਬਾ ਜੀ ਨੂੰ ਕਿਸੇ ਨੇ ਕਿਹਾ, ਬਾਬਾ ਜੀ ਇਹ ਪੱਕਿਆ ਪਕਾਇਆ ਆਪੇ ਹੀ ਸੰਗਤਾਂ ਲਈ ਆਉਂਦੀਆਂ ਨੇ। ਬਾਬਾ ਜੀ ਕਹਿੰਦੇ ਸਾਡੀ ਯਾਰੀ ਪੱਕੇ ਨਾਲ ਲੱਗੀ ਹੈ, ਸਾਡੀ ਯਾਰੀ ਪੱਕੇ ਨਾਲ ਲਾਈ ਹੈ ਸਾਡੀ। ਤੇ ਪੱਕਾ ਉਹ ਹੈ ਦੇਵਨ ਕੋ ਇੱਕ ਹੈ ਭਗਵਾਨ, ਮਾਨੁਖ ਕੀ ਟੇਕ ਬਿਰਥੀ ਸਭ ਜਾਨ। ਦੇਵਨ को एक है भगवान, जिसके दिए रहे अगाए, बहुर न तृष्णा लग गए आए। पढ़ियो भाई। ओ जेड़ा मोया तू भी साथ निभावे, ओदे नाल पाले दोस्ती। जेड़ा मोया तू भी साथ निभावे, ओदे नाल पाले दोस्ती। जेड़ा मोया तू भी साथ निभावे, ओदे नाल पाले दोस्ती। जेड़ा मोया तू भी साथ निभावे, ओदे नाल पाले दोस्ती। जेड़ा मोया ते भी साथ निभावे, ओदे नाल पाले दोस्ती। जेड़ा मोया ते भी साथ निभावे, ओदे नाल पाले दोस्ती। मोया तो भी साथ निभावे, जेड़ा साथ निभावे, जेड़ा साथ निभावे, ओदे नाल पाल दोस्ती। जेड़ा मोया तो भी साथ निभावे, ओदे नाल पाल दोस्ती। जेड़ा मोया तो भी साथ निभावे, ओदे नाल पाले दोस्ती। जेड़ा मोया तो भी साथ निभावे, ओदे नाल पाले दोस्ती। जेड़ा मोया ते भी साथ निभावे, ओदे नाल पाले दोस्ती। जेड़ा मोया ते भी साथ निभावे, ओदे नाल पाले दोस्ती। नानक कचड़ियां स्यों तोड़, ढूंढ सज्जन संत पक्के हैं। ਓਏ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ। ਪਰ ਇੱਕ ਸ਼ਰਤ ਹੈ, ਸਾਥ ਉਹਦਾ ਨਿਭਾਉਂਦੇ ਨੇ ਜਿਹੜਾ ਅੰਦਰੋਂ ਬਾਹਰੋਂ ਸੱਚਾ ਹੋਵੇ। ਬੋਲੋ ਵਾਹਿਗੁਰੂ। ਜਿਹੜੇ ਅੰਦਰ ਕਪਟ ਹੈ, ਮਹਾਰਾਜ ਕਹਿੰਦੇ ਨਾ ਜਿੰਨਾ ਅੰਤਰ ਕਪਟ ਵਿਕਾਰ ਹੈ, ਕਹਿੰਦੇ ਜਿਨ੍ਹਾਂ ਦੇ ਅੰਦਰ ਝੂਠ ਹੈ, ਕਪਟ ਹੈ ਤੇ ਵਿਕਾਰ ਹੈ,
ਕਹਿੰਦੇ ਤਿੰਨਾ ਰੋਏ ਕਿਆ ਕੀਜੈ, ਉਹ ਜਿੰਨਾ ਮਰਜੀ ਰੋਈ ਜਾਣ ਪਿੱਟੀ ਜਾਣ, ਕਹਿੰਦੇ ਜਿਨ੍ਹਾਂ ਦੇ ਅੰਦਰ ਝੂਠ ਹੈ, ਹਰ ਕਰਤਾ ਸਭ ਕੁਝ ਜਾਣਦਾ, ਸਿਰ ਰੋਗ ਹੱਥ ਦੀਜੈ। ਸਭ ਕੁਝ ਜਾਣਦਾ। ਇੱਕ ਨਾ ਸਾਖੀ ਯਾਦ ਆਈ, ਰਾਜਾ ਹਰੀਸ਼ ਚੰਦਰ, ਇਹ ਇਤਿਹਾਸ ਦੀ ਸਾਖੀ ਹੈ। ਇਹ ਜਿੰਨਾ ਇਤਿਹਾਸ ਹੈ ਨਾ ਭਾਈ, ਇਹ ਇਤਿਹਾਸ ਸੁਣਾਉਣਾ ਤਾਂ ਜ਼ਰੂਰੀ ਹੈ ਵੀ ਗਵਾਹੀ ਹੈ ਉਸ ਗੱਲ ਦੀ, ਵਿਟਨੈਸ। ਵੱਡੇ ਵੱਡੇ ਵਕੀਲ ਵੱਡੇ ਵੱਡੇ ਕੇਸ ਲੜਦੇ ਆ ਜੱਜਾਂ ਮੂਹਰੇ। ਉਹ ਕਿਵੇਂ ਲੜਦੇ ਆ ਪਤਾ? ਉਹਨਾਂ ਕੋਲੇ ਐ ਅਲਮਾਰੀਆਂ ਭਰੀਆਂ ਪਈਆਂ ਨੇ ਕਿਤਾਬਾਂ ਦੀਆਂ, ਉਹ ਕੱਢ ਲਿਆਉਂਦੇ ਨੇ। ਕਹਿੰਦੇ ਫਲਾਣੇ ਵੇਲੇ ਵੀ ਇਸ ਤਰ੍ਹਾਂ ਕਤਲ ਹੋਇਆ ਸੀ ਤੇ ਉਹਦੀ ਗੁੱਥੀ ਇਸ ਤਰ੍ਹਾਂ ਸੁਲਝਾਈ ਸੀ, ਫਲਾਣੇ ਵੇਲੇ ਚੋਰੀ ਹੋਈ ਸੀ, ਫਲਾਣੇ ਵੇਲੇ ਇਦਾਂ ਠੱਗੀ ਹੋਈ ਸੀ, ਮਰਡਰ ਹੋਏ ਸੀ, ਕਤਲੇਆਮ ਹੋਏ ਸੀ। ਉਹ ਫਿਰ ਪੁਰਾਣੇ ਕੇਸ ਨੂੰ ਰੀਡ ਕਰਕੇ ਨਾ ਕਹਿੰਦੇ ਆ ਦੇਖੋ ਜੱਜ ਸਾਹਿਬ ਆ ਇੱਥੇ ਇਸ ਗੱਲ ਦੀ ਪੁਸ਼ਟੀ ਹੈ। ਫਿਰ ਜੱਜ ਨੂੰ ਫੈਸਲਾ ਦੇਣਾ ਪੈਂਦਾ ਹੈ। ਸਮਝਦੇ ਹੋ? ਇਹ ਜਿੰਨਾ ਇਤਿਹਾਸ ਹੈ, ਜਿਹੜੇ ਬਹੁਤਾ ਰੌਲਾ ਪਾਉਂਦੇ ਸੀ ਨਾ ਪੰਥ ਵਿੱਚ, ਇਤਿਹਾਸ ਤਾਂ ਜੀ ਪੁਰਾਣਾ ਹੋ ਗਿਆ, ਇਹ ਤਾਂ ਛੱਪੜ ਹੈ ਜੀ, ਛੱਪੜ ਤਾਂ ਖੜਾ ਪਾਣੀ ਗੰਦਲਾ ਹੋ ਜਾਂਦਾ ਹੈ, ਇਹ ਤਾਂ ਪੁਰਾਣਾ ਇਤਿਹਾਸ, ਇਹਦਾ ਕੋਈ ਫਾਇਦਾ ਨਹੀਂ, ਪਾਣੀ ਤੁਰਿਆ ਜਾਂਦਾ ਹੀ ਚੰਗਾ ਹੁੰਦਾ, ਉਹ ਸਾਫ਼ ਹੁੰਦਾ। ਗੁਰਮੁਖੋ, ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਇਤਿਹਾਸ, ਜਿਹਨੂੰ ਅਸੀਂ ਸਭ ਤੋਂ ਵੱਧ ਭੰਡਦੇ ਹਾਂ ਨਾ ਸਟੇਜਾਂ ਤੋਂ, ਚੂੜਾਮਣੀ ਭਾਈ ਸੰਤੋਖ ਸਿੰਘ ਜੀ, ਜੇ ਉਹ ਨਾ ਮਿਹਨਤ ਕਰਦੇ ਤੇ ਅੱਜ 10 ਪਾਤਸ਼ਾਹੀਆਂ ਦਾ ਇਤਿਹਾਸ ਨਹੀਂ ਸੀ ਹੋਣਾ ਸਾਡੇ ਕੋਲ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਠੀਕ ਹੈ, ਸਾਰੇ ਮੰਨਦੇ ਨੇ ਇਸ ਗੱਲ ਨੂੰ ਵੀ ਵਿੱਚੋਂ 2 4 10 ਗੱਲਾਂ ਐਡੇ ਵੱਡੇ ਇਤਿਹਾਸ 'ਚ ਕੋਈ ਊਚ ਨੀਚ ਗਲਤ ਹੋ ਗਈਆਂ। ਭਾਈ ਸੰਤੋਖ ਸਿੰਘ ਜੀ ਤਾਂ ਆਪ ਲਿਖਦੇ ਆ ਕਿਤਾਬ ਵਿੱਚ, ਇਤਿਹਾਸ ਵਿੱਚ, ਕਹਿੰਦੇ ਜਿੱਥੇ ਕੋਈ ਗਲਤੀ ਹੋ ਗਈ ਦਾਸ ਤੋਂ, ਖਾਲਸੇ ਪੰਥ ਨੂੰ ਪੂਰਾ ਅਧਿਕਾਰ ਹੈ ਵੀ ਉਸ ਗਲਤੀ ਦੀ ਸੁਧਾਈ ਕਰ ਲਈ ਜਾਵੇ। ਵੇਖਿਓ ਕਿਤੇ ਸਾਰਾ ਇਤਿਹਾਸ ਨਾ ਕਿਤੇ ਰੱਦੀ 'ਚ ਸਿੱਟਿਓ, ਉਹਦੇ ਵਿੱਚੋਂ ਤੱਤ ਕੱਢੋ। ਨਾਲੇ ਜਿਹੜੇ ਅੱਜ ਇਤਿਹਾਸ ਨੂੰ ਮਾੜਾ ਕਹਿੰਦੇ ਆ, ਆਪ ਵੀ ਉਸੇ ਇਤਿਹਾਸ ਵਿੱਚੋਂ ਸਾਖੀਆਂ ਸੁਣਾਉਂਦੇ ਨੇ। ਬੋਲੋ, ਸੁਣਾਉਂਦੇ ਕਿ ਨਹੀਂ? 10ਵੇਂ ਪਾਤਸ਼ਾਹ ਦਾ ਇਤਿਹਾਸ ਜਿਹੜੇ ਸੁਣਾਉਂਦੇ ਸਟੇਜਾਂ ਤੇ, ਘੋੜੀਆਂ ਸਾਹਿਬਜ਼ਾਦਿਆਂ ਦੀਆਂ ਗਾਉਂਦੇ ਆਪਾਂ। 5ਵੇਂ ਪਾਤਸ਼ਾਹ ਦਾ ਇਤਿਹਾਸ ਤੱਤੀਆਂ ਤਵੀਆਂ ਤੇ ਬੈਠੇ। ਪਹਿਲੇ ਪਾਤਸ਼ਾਹ ਦਾ ਇਤਿਹਾਸ, ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਦਾ ਇਤਿਹਾਸ, 6ਵੇਂ ਪਾਤਸ਼ਾਹ ਦਾ ਇਤਿਹਾਸ, ਇਹ ਸਾਰੇ ਇਤਿਹਾਸ ਕਿੱਥੋਂ ਆਏ ਨੇ? ਇਹ ਸੂਰਜ ਪ੍ਰਕਾਸ਼ ਵਿੱਚ, ਨਾਨਕ ਪ੍ਰਕਾਸ਼ ਵਿੱਚ, ਪੰਥ ਪ੍ਰਕਾਸ਼ ਵਿੱਚ। ਆਪਣਾ ਕੀ ਹੈ? ਅਸੀਂ ਕਦੇ ਕਿਸੇ ਨੂੰ ਸੁਣਿਆ, ਕਦੇ ਕਿਸੇ ਨੂੰ ਸੁਣਿਆ। ਆਪਦਾ ਕੀ ਹੈ? ਕੁਝ ਵੀ ਨਹੀਂ। ਰਾਜਾ ਹਰੀਸ਼ ਚੰਦ, ਉਹਨੂੰ ਕਿਹਾ ਜਾਂਦਾ ਸੱਤਿਆਵਾਦੀ ਹਰੀਸ਼ ਚੰਦਰ, ਵੀ ਉਹਦੇ ਵਰਗਾ ਸੱਚਾ ਨਹੀਂ ਹੋਇਆ ਕੋਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਧਰਮੀ, ਧਰਮੀ ਦੇ 4 ਗੁਣ ਹੈ ਬਹੁਤ ਵੱਡੇ।
ਪਹਿਲਾਂ ਉਹਦੇ ਵਿੱਚ ਦਇਆ ਹੋਣੀ ਜ਼ਰੂਰੀ ਹੈ, ਦਇਆ ਰਹਿਮ। ਦੂਜਾ ਸੰਤੋਖ, ਸਬਰ ਸੰਤੋਖ। ਤੀਜਾ ਜਤ, ਤੇ ਚੌਥਾ ਸੱਚ। ਇਹ ਚਾਰ ਗੁਣ ਵੱਡੇ ਹੈ। ਜੇ ਗੁਰਬਾਣੀ ਦੀ ਮੋਹਰ ਲਵਾਉਣੀ ਹੈ ਤੇ ਪੜੋ ਦਇਆ ਕਪਾਹ, ਸੰਤੋਖ ਸੂਤ, ਜਤ ਗੰਢੀ, ਸਤ ਵਟ। ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘਤ। ਕਹਿੰਦੇ ਰਾਜਾ ਹਰੀਸ਼ ਚੰਦਰ ਦਾ ਰਾਜ ਬੜਾ ਸੁਖੀ ਸੀ, ਕਿਉਂਕਿ ਜਦੋਂ ਰਾਜੇ ਸੱਚੇ ਹੋਣ ਨਾ, ਜਦੋਂ ਆਗੂ ਸੱਚਾ ਹੋਵੇ ਤੇ ਉਹਦੇ ਪਿੱਛੇ ਲੱਗਣ ਵਾਲੇ ਵੀ ਸੱਚੇ ਹੀ ਹੋਣਗੇ। ਜੇ ਆਗੂ ਝੂਠਾ ਹੈ, ਉਹਦੇ ਪਿੱਛੇ ਲੱਗਣ ਵਾਲੇ ਵੀ ਝੂਠੇ ਹੀ ਹੋਣਗੇ। ਮੈਂ ਇੱਕ ਸੇਵਾਦਾਰ ਨੂੰ ਕਹਿ ਰਿਹਾ ਸੀ, ਮੈਂ ਕਿਹਾ ਭਾਈ ਮੂੰਹੋਂ ਗਾਲ ਨਹੀਂ ਕੱਢਣੀ ਆਪਾਂ, ਵੀ ਕਿਸੇ ਨੂੰ ਗੁੱਸੇ 'ਚ ਕਹਿ ਦਿੰਦੇ ਆ ਨਾ ਕਈ ਲੋਕ, ਸਾਲਾ ਕਹਿ ਦਿੰਦੇ ਆ, ਕੁੱਤਾ ਕਹਿ ਦਿੰਦੇ ਆ, ਕਈ ਵਾਰੀ ਆਪਾਂ ਸੁਣਦੇ ਆ ਨਾ। ਮਾਫ ਕਰਿਓ, ਇਹ ਸ਼ਬਦ ਤਾਂ ਵਰਤ ਰਿਹਾ ਦਾਸ ਵੀ ਕਈ ਲੋਕੀ ਕਹਿੰਦੇ ਨੇ। ਜੇ ਵੱਡਾ ਬੰਦਾ ਇਹ ਗਾਲ ਕੱਢ ਰਿਹਾ, ਮੰਦਾ ਬੋਲ ਰਿਹਾ ਹੈ, ਤੇ ਉਹਦੇ ਨਾਲ ਜਿਹੜਾ ਜੂਨੀਅਰ ਬੈਠਾ ਉਹਨੇ ਵੀ ਉਵੇਂ ਹੀ ਕੱਢਣੀ ਹੈ। ਉਹਨੂੰ ਤੁਸੀਂ ਰੋਕ ਨਹੀਂ ਸਕੋਗੇ। ਪਰਛਾਵਾਂ ਖਿਮਾ ਕਰਿਓ, ਜੇ ਸਾਡੇ ਮਹਾਂਪੁਰਖ ਪਖੰਡ ਤੋਂ ਰਹਿਤ ਸੀ, ਨਾ ਸੰਤ ਨਾ ਬਾਬੇ ਅਖਵਾਇਆ ਹੀ ਨਹੀਂ ਸਾਰੀ ਜ਼ਿੰਦਗੀ। ਬੋਲੋ ਮਹਾਰਾਜ। ਕੱਲਾ ਜਿੱਥੇ ਸਾਈਨ ਕਰਦੇ ਸੀ ਕੁੰਦਨ, ਕੱਲਾ ਕੁੰਦਨ। ਤੇ ਜੇ ਕਿਸੇ ਨੇ ਕਿਹਾ ਵੀ ਸਿੰਘ ਲਾ ਲਿਆ ਕਰੋ ਜੀ, ਤੇ ਬਾਬਾ ਜੀ ਕਹਿੰਦੇ ਸਿੰਘ ਦਾ ਤਾਂ ਕਲਗੀਧਰ ਪਿਤਾ ਨੂੰ ਪਤਾ ਵੀ ਅਜੇ ਅਸੀਂ ਬਣੇ ਆ ਕਿ ਨਹੀਂ। ਅਸੀਂ ਆਪਦੀ ਮਰਜ਼ੀ ਨਾਲ ਲਾਈ ਜਾਈਏ, ਕੀ ਪਤਾ ਅਜੇ ਸਿੱਖ ਵੀ ਨਾ ਬਣੇ ਹੋਈਏ। ਇਹ ਹੈ ਸੋਚ, ਇੰਨੀ ਨਿਮਰਤਾ। ਸੱਤਿਆਵਾਦੀ ਰਾਜਾ ਹਰੀਸ਼ ਚੰਦਰ, ਉਹਦੀ ਪ੍ਰਜਾ ਬਹੁਤ ਸੁਖੀ ਹੈ, ਬੜੀ ਸੁਖੀ ਹੈ। ਕਿਉਂਕਿ ਸੱਚਾ ਹੈ ਤੇ ਧਰਮੀ ਹੈ। ਕਹਿੰਦੇ ਇੱਕ ਵਾਰ ਨਾਰਦ ਮੁਨੀ ਜੀ ਚੱਕਰ ਲਾਉਣ ਆਏ। ਜਦੋਂ ਉਹਨਾਂ ਨੇ ਪ੍ਰਜਾ ਤੋਂ ਪੁੱਛਿਆ ਵੀ ਕਿਵੇਂ ਹੈ, ਤੇ ਪ੍ਰਜਾ ਕਹਿੰਦੀ ਸਾਡੇ ਰਾਜੇ ਵਰਗਾ ਤਾਂ ਰੱਬ ਹੀ ਹੋ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿੰਨਾ ਮਾਣ ਹੈ ਉਹਨਾਂ ਨੂੰ ਆਪਦੇ ਰਾਜੇ ਤੇ। ਸਾਡਾ ਰਾਜਾ ਪੂਰਾ ਸੱਚਾ ਹੈ, ਉਹਦੇ ਵਰਗਾ ਕੋਈ ਨਹੀਂ ਹੈ। ਮਾਣ ਹੋਣਾ ਚਾਹੀਦਾ ਆਪਦੇ ਗੁਰੂ ਤੇ, ਉਸਤਾਦ ਤੇ। ਜਿਹੜਾ ਆਪਦੇ ਗੁਰੂ ਪੀਰ ਦਾ ਹੀ ਨਹੀਂ ਬਣਿਆ, ਉਹ ਕਿਸੇ ਦਾ ਨਹੀਂ ਬਣ ਸਕਦਾ। ਤੇ ਇਹ ਵੀ ਦੇਖਿਓ, ਉਹਦਾ ਵੀ ਕੋਈ ਨਹੀਂ ਬਣਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੈਸੇ ਕੋ ਤੈਸਾ। ਜਿਹੜਾ ਆਪ ਨਹੀਂ ਕਿਸੇ ਦਾ ਬਣਿਆ ਤੇ ਉਹਦਾ ਕੌਣ ਬਣੂ? ਇਹ ਤਾਂ ਭਾਈ ਪਹਿਲਾਂ ਕਿਸੇ ਦੀ ਕਠਾਲੀ ਵਿੱਚ ਢਲਣਾ ਪੈਂਦਾ। ਰਾਜੇ ਹਰੀਸ਼ ਚੰਦਰ ਵਰਗਾ ਸੱਚਾ ਨਹੀਂ ਹੋਇਆ ਕੋਈ। ਸੱਤਿਆਵਾਦੀ ਹਰੀਸ਼ ਚੰਦਰ। ਕਈ ਕਹਿ ਦਿੰਦੇ ਨਾ ਤੂੰ ਕੀ ਰਾਜਾ ਹਰੀਸ਼ ਚੰਦਰ ਹੈ। ਕਹਿੰਦਾ ਮੈਂ ਝੂਠ ਨਹੀਂ ਬੋਲਦਾ, ਮੈਂ ਸੱਚਾ। ਕਹਿੰਦੇ ਵੱਡਾ ਆਇਆ ਸੱਤਵਾਦੀ ਹਰੀਸ਼ ਚੰਦਰ। ਕਿਸੇ ਨੂੰ ਟੀਚਰ ਮਖੌਲ ਕਰਨ ਤੋਂ ਪਹਿਲਾਂ ਇਹ ਲੱਭਣਾ ਚਾਹੀਦਾ ਇਹਦੇ ਵਿੱਚ ਗੁਣ ਕੀ ਹੈ। ਆਖੋ ਵਾਹਿਗੁਰੂ। ਅਸੀਂ ਉਸ ਗੁਣ ਵਰਗੇ ਬਣ ਸਕਦੇ?
ਗੱਲਾਂ ਤਾਂ ਅਸੀਂ ਬਹੁਤ ਕਰਦੇ ਹਾਂ, ਜਿਹੜਾ ਗੁਣ ਉਹਦੇ ਵਿੱਚ ਹੈ ਸਾਡੇ ਵਿੱਚ ਨਹੀਂ ਹੈ ਉਹ ਹਜੇ। ਕਹਿੰਦੇ ਇੱਧਰ ਨਾਰਦ ਮੁਨੀ ਚੱਕਰ ਲਾ ਕੇ ਗਿਆ, ਲੋਕਾਂ ਨੇ ਜਦੋਂ ਵਾਹ 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 ਦੱਸੀ ਤੇ ਨਾਰਦ ਮੁਨੀ ਨੇ ਜਾ ਕੇ ਇੰਦਰ ਨੂੰ ਕਿਹਾ, ਰਾਜੇ ਇੰਦਰ ਨੂੰ, ਵੀ ਇੰਦਰ ਉਹ ਤਾਂ ਕਿਸੇ ਦਿਨ ਸਵਰਗ ਦਾ ਰਾਜਾ ਬਣ ਜੂ। ਆਖੋ ਸਤਨਾਮ ਵਾਹਿਗੁਰੂ। ਤੱਤ ਲੈਣਾ ਗੱਲ ਵਿੱਚੋਂ ਨਿਚੋੜ। ਕਹਿੰਦੇ ਉਹ ਤਾਂ ਕਿਸੇ ਦਿਨ ਰਾਜੇ ਆ, ਤੇਰਾ ਰਾਜ ਲਊ। ਕਹਿੰਦੇ ਇੰਦਰ ਰਾਜੇ ਨੂੰ, ਰਾਜੇ ਇੰਦਰ ਦੇਵਤੇ ਨੂੰ ਈਰਖਾ। ਕਹਿੰਦਾ ਅੱਛਾ। ਉਹ ਆਪਦੇ ਗੁਰੂ ਨੂੰ ਬੁਲਾਉਂਦਾ ਹੈ, ਵਸ਼ਿਸ਼ਟ ਜੀ। ਕਹਿੰਦੇ ਜੀ ਤੁਸੀਂ ਐਂ ਕਰੋ ਵੀ ਇਹਦਾ ਸੱਚ ਭੰਗ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਜਾਓ ਤੇ ਇਹਨੂੰ ਝੂਠਾ ਕਰੋ। ਇਹ ਸੱਚਾ ਕਰਕੇ ਸੋਭਾ ਹੈ ਨਾ ਇਹਦੀ, ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਜਹਾਨ। ਅੱਜ ਜੱਗ ਸੋਭਾ ਕਰਦਾ ਜਿਹੜੇ ਸੱਚ ਦੇ ਪਾਂਧੀ ਹੋਈ। ਝੂਠਿਆਂ ਨੂੰ ਕੋਈ ਨਹੀਂ ਪੁੱਛਦਾ। ਤਾਈਓ ਸ਼ੁਰੂਆਤ ਕੀਤੀ ਹੈ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ। ਰਾਮ ਕਸੌਟੀ ਸੋ ਸਹੈ ਜੋ ਮਰਜੀ ਵਾ ਹੋਏ। ਅੱਜ ਪ੍ਰਣ ਕਰੀਏ ਕਿ ਝੂਠ ਨਹੀਂ ਬੋਲਾਂਗੇ। ਜੇ ਕੋਈ ਗਲਤੀ ਕੀਤੀ ਹੈ ਉਹਨੂੰ ਮੰਨਾਂਗੇ ਵੀ ਕੀਤੀ। ਜੇ ਕੋਈ ਕਮੀ ਹੈ ਤੇ ਕਵਾਂਗੇ ਹਾਂਜੀ ਕਮੀ ਹੈ ਮੇਰੇ ਵਿੱਚ। ਕਿਉਂਕਿ ਇੱਕ ਨਾ ਇੱਕ ਦਿਨ ਝੂਠ ਬੋਲਿਆ ਜਾਂ ਕੀਤਾ ਉਹਦਾ ਭਾਜ ਉਧੜਦਾ। ਫਿਰ ਜਿਹਦੇ ਮੂਹਰੇ ਝੂਠ ਬੋਲਿਆ ਹੁੰਦਾ ਨਾ, ਉਹ ਬੰਦੇ ਦੀਆਂ ਆਸਾਂ ਤੇ ਪਾਣੀ ਫਿਰਦਾ। ਉਹ ਕਹਿੰਦਾ ਯਾਰ ਮੈਂ ਤੇਰੇ ਤੇ ਇੰਨਾ ਭਰੋਸਾ ਕੀਤਾ, ਝੂਠ ਐਡਾ ਮਾੜਾ ਹੈ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀ। ਕਹਿੰਦੇ ਨੇ ਇੰਦਰ ਨੇ ਕਿਹਾ ਉਸ ਬ੍ਰਾਹਮਣ ਨੂੰ, ਕਹਿੰਦੇ ਤੂੰ ਬ੍ਰਾਹਮਣ ਬਣ ਕੇ ਜਾਈਂ ਭੇਖ ਬਟਾ ਕੇ, ਤੇ ਉਹਦਾ ਸੱਚ ਖਤਮ ਕਰ ਦੇ। ਉਹਨੂੰ ਫਿਕਰ ਪੈ ਗਿਆ ਵੀ ਕੱਲ ਨੂੰ ਮੇਰਾ ਰਾਜ ਲੈ ਲੂ, ਮੇਰੀ ਗੱਦੀ ਤੇ ਬੈਠੂ। ਵਾਹ ਵਾਹ ਵਾਹ। ਕਹਿੰਦੇ ਬ੍ਰਾਹਮਣ ਬਣ ਕੇ ਆ ਗਿਆ, ਭੇਖੀ ਬਣ ਕੇ ਆ ਕੇ ਜਦੋਂ ਰਾਜੇ ਹਰੀਸ਼ ਚੰਦਰ ਕੋਲੇ ਦਰਬਾਰ ਚ ਆਇਆ ਤੇ ਰਾਜੇ ਹਰੀਸ਼ ਚੰਦਰ ਨੇ ਉੱਠ ਕੇ ਨਮਸਕਾਰ ਕੀਤੀ ਤੇ ਕਹਿੰਦੇ ਐ ਵੀ ਦੱਸੋ ਮਹਾਂਪੁਰਖੋ ਤੁਹਾਡੀ ਕੀ ਸੇਵਾ ਕਰਾਂ। ਹੁਣ ਉਹ ਚਾਲ ਖੇਡਣ ਆਇਆ ਸੀ। ਉਹ ਕਹਿੰਦਾ ਮੈਂ 4 ਮਹੀਨਿਆਂ ਲਈ ਤੇਰੀ ਗੱਦੀ ਤੇ ਬਹਿਣਾ ਚਾਹੁੰਦਾ, ਤੇਰਾ ਰਾਜ ਭਾਗ ਭੋਗਣਾ ਚਾਹੁੰਦਾ 4 ਮਹੀਨੇ ਜਾਂ ਕੁਝ ਸਮਾਂ, ਜਿੰਨਾ ਵੀ ਉਦੋਂ ਕਿਹਾ, ਸਾਲ ਕਿਹਾ ਕਿ 4 ਮਹੀਨੇ ਕਿਹਾ, ਜੋ ਵੀ ਕਿਹਾ, ਪਰ ਲੰਮਾ ਸਮਾਂ। ਕਹਿੰਦਾ ਜੀ ਰਾਜਾ ਸੀ, ਹੁਣ ਦਾਨੀ ਵੀ ਸੀ ਸਿਰੇ ਦਾ। ਕਹਿੰਦਾ ਜੀ 7 ਬਚਨ ਜੋ ਹੁਕਮ ਆਪ ਜੀ ਬੈਠੋ। ਜਦੋਂ ਉਹ ਬਹਿ ਗਿਆ, ਬ੍ਰਾਹਮਣ ਗੱਦੀ ਤੇ ਬਹਿ ਗਿਆ, ਉਹ ਕਹਿੰਦਾ ਵੀ ਹੁਣ ਤੂੰ ਮੇਰਾ ਸੇਵਕ ਬਣ ਗਿਆ ਰਾਜਾ ਹਰੀਸ਼ ਚੰਦਰ। ਹੁਣ 1 ਮਹੀਨੇ ਤੋਂ ਪਹਿਲਾਂ ਮੈਨੂੰ 1000 ਸੋਨੇ ਦੀ ਮੋਹਰ ਚਾਹੀਦੀ। ਆਖੋ ਵਾਹਿਗੁਰੂ ਵਾਹਿਗੁਰੂ। ਰਾਜਾ ਹਰੀਸ਼ ਚੰਦ ਜਦੋਂ ਖਜ਼ਾਨੇ ਵੱਲ ਜਾਣ ਲੱਗਿਆ, ਕਹਿੰਦਾ ਨਾ ਨਾ ਨਾ, ਖਜ਼ਾਨੇ 'ਚ ਤੇਰਾ ਕੋਈ ਹੱਕ ਨਹੀਂ, ਹੁਣ ਇਹ ਮੇਰਾ ਹੈ, ਮੈਂ ਰਾਜਾ ਹਾਂ। ਹੁਣ
ਖਜ਼ਾਨੇ ਨੂੰ ਹੱਥ ਨਾ ਲਾਈ, ਹੁਣ ਇਸ ਰਾਜ ਭਾਗ ਵਿੱਚੋਂ ਵੀ ਨਿਕਲ ਜਾ। ਇੱਕੋ ਹੀ ਬੱਚਾ ਸੀ, ਉਹਨੂੰ ਲੈ ਕੇ ਰਾਜਾ ਹਰੀਸ਼ ਚੰਦ ਆਪਣੀ ਘਰਵਾਲੀ ਨੂੰ ਲੈ ਕੇ ਉਹ ਰਾਜ ਵਿੱਚੋਂ ਬਾਹਰ ਆ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੋ ਗਈ ਅਮੀਰੀ ਆਈ ਗਰੀਬੀ, ਸੌਦੇ ਨੇ ਤਕਦੀਰਾਂ ਦੇ। ਗਈ ਅਮੀਰੀ ਆਈ ਫਕੀਰੀ, 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 ਸੌਦੇ ਨੇ ਤਕਦੀਰਾਂ ਦੇ। ਸੌਦੇ ਨੇ ਤਕਦੀਰਾਂ ਦੇ, ਤਕਦੀਰਾਂ ਦੇ। ਤਕਦੀਰਾਂ ਦੇ, ਤਕਦੀਰਾਂ ਦੇ। ਸੌਦੇ ਨੇ ਤਕਦੀਰਾਂ ਦੇ, ਸੌਦੇ ਨੇ ਤਕਦੀਰਾਂ ਦੇ। ਗਈ ਅਮੀਰੀ ਆਈ ਫਕੀਰੀ, ਸੌਦੇ ਨੇ ਤਕਦੀਰਾਂ ਦੇ। ਗਈ ਅਮੀਰੀ ਆਈ ਫਕੀਰੀ, ਸੌਦੇ ਨੇ ਤਕਦੀਰਾਂ ਦੇ। ਗਈ ਅਮੀਰੀ ਆਈ ਗਰੀਬੀ, ਸੌਦੇ ਨੇ ਤਕਦੀਰਾਂ ਦੇ। ਗਈ ਅਮੀਰੀ ਆਈ ਫਕੀਰੀ, ਸੌਦੇ ਨੇ ਤਕਦੀਰਾਂ ਦੇ। ਅਮੀਰੀ ਆਈ ਫਕੀਰੀ, ਸੌਦੇ ਨੇ ਤਕਦੀਰਾਂ ਦੇ। ਜਿਹੜਾ ਕਿਤੇ ਰਾਜਾ ਸੀ ਅੱਜ ਦੇਸ਼ ਨਿਕਾਲਾ ਹੋ ਗਿਆ। ਦੇਖੋ ਕੈਸੀ ਬਾਜੀ ਖੇਡੀ ਉਸ ਬ੍ਰਾਹਮਣ ਨੇ, ਇੰਦਰ ਦੇਵਤੇ ਦੀ ਚਾਲ। ਕਹਿੰਦੇ ਲੈ ਵੀ ਹੁਣੇ ਮੰਗ ਕੇ ਖਾਊਗਾ, ਤੇ ਹਰੀਸ਼ ਚੰਦਰ ਦਾ ਧਰਮ ਸੀ ਮੰਗਣਾ ਨਹੀਂ, ਮਿਹਨਤ ਕਰਕੇ ਖਾਣਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੰਗਣ ਗਿਆ ਸੋ ਮਰ ਗਿਆ। ਮੰਗਣ ਮੂਲ ਨਾ ਜਾ, ਮੰਗਣਾ ਨਹੀਂ ਹੈ। ਕਹਿੰਦੇ ਹੁਣ ਰਾਜਾ ਹਰੀਸ਼ ਚੰਦਰ ਰੱਬ ਤੇ ਭਰੋਸਾ ਕਰਨ ਵਾਲਾ, ਕਿਸੇ ਹੋਰ ਨਗਰ 'ਚ ਚਲਿਆ ਗਿਆ ਤੇ ਗਲੀਆਂ ਵਿੱਚ ਹੋਕਾ ਦਿੱਤਾ। ਰਾਜੇ ਨੇ ਹੋਕਾ ਦਿੱਤਾ ਵੀ ਸਾਨੂੰ ਕੋਈ ਮੁੱਲ ਲੈ ਲਓ। ਕਹਿ ਦਿਓ ਐ ਵਾਹਿਗੁਰੂ। ਕਿਉਂ? 1000 ਮੋਹਰ ਦੇਣੀ ਸੀ ਉਸ ਬ੍ਰਾਹਮਣ ਨੂੰ, 1000 ਮੋਹਰ ਦੇਣੀ ਸੀ, ਜਿਹਨੂੰ ਰਾਜ ਭਾਗ ਦੇ ਦਿੱਤਾ ਮਹੀਨੇ ਤੋਂ ਪਹਿਲਾਂ। ਕਹਿੰਦੇ ਫਿਰ ਕਿਸੇ ਨੇ 500 ਮੋਹਰਾਂ ਵਿੱਚ ਉਹਦੀ ਘਰਵਾਲੀ ਨੂੰ ਸਾਰੀ ਉਮਰ ਲਈ ਨੌਕਰਾਨੀ ਰੱਖ ਲਿਆ ਵੀ 500 ਮੋਹਰ ਦੇਵਾਂਗੇ ਸੋਨੇ ਦੀ, ਸਾਰੀ ਉਮਰ ਸਾਡੇ ਘਰ ਨੌਕਰਾਨੀ ਰਹੂਗੀ। ਦੇਖੋ ਰਾਜੇ ਹਰੀਸ਼ ਚੰਦ ਨੇ ਆਪਦੀ ਘਰਵਾਲੀ ਵੇਚ ਦਿੱਤੀ। ਬਾਬਾ ਜੀ ਪੜਿਆ ਕਰਦੇ ਸੀ ਨਾ ਧਾਰਨ, ਉਹ ਜਿੰਦ ਲੱਗ ਜੇ ਧਰਮ ਦੇ ਲੇਖੇ, ਕੋਈ ਮੈਨੂੰ ਮੁੱਲ ਲੈ ਲਵੇ। ਵਾਹ ਵਾਹ, ਇਹ ਝੂਠਿਆਂ ਦਾ ਕੰਮ ਨਹੀਂ ਹੈ, ਧਰਮੀ ਬੰਦੇ ਦਾ। ਗੈਲ ਧਰਮ ਦੀ ਕਦੇ ਨਾ ਛੱਡ ਦਈਏ, ਦੁੱਖੜੇ ਹਜ਼ਾਰਾਂ ਝੱਲੀਏ। ਉਹ ਆਪਦੇ ਬੱਚੇ ਤੋਂ ਵਿਛੜਦੀ ਹੈ ਮਾਂ, ਆਪਦੇ ਪਤੀ ਤੋਂ ਵਿਛੜ ਗਈ, ਬਹੁਤ ਬਰਾਕ ਕਰਦੀ ਹੈ, ਰੋਂਦੀ ਹੈ। ਰਾਜਾ ਕਹਿੰਦਾ ਕੋਈ ਗੱਲ ਨਹੀਂ,
ਇਹ ਵੀ ਕੋਈ ਸਮੇਂ ਦੀ ਖੇਡ ਹੈ। ਕੋਈ ਗੱਲ ਨਹੀਂ, ਭਰੋਸਾ ਰੱਖ, ਮਿਹਨਤ ਕਰਕੇ ਖਾ ਲਾਂਗੇ। 500 ਆ ਗਿਆ ਤੇ 500 ਰੁਪਏ ਵਿੱਚ ਜਿਹੜਾ ਸ਼ਮਸ਼ਾਨ ਘਾਟ ਵਿੱਚ ਮੁਰਦੇ ਸਾੜਦਾ ਸੀ ਉਹਨੂੰ ਚੰਡਾਲ ਕਹਿੰਦੇ ਸੀ, ਤੇ 500 ਉਹ ਤੋਂ ਲੈ ਲਿਆ। ਸਾਰੀ ਜ਼ਿੰਦਗੀ ਉਹਦਾ ਨੌਕਰ ਬਣ ਗਿਆ ਰਾਜਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੁਰਦਿਆਂ ਨੂੰ ਨੱਪਣ ਦਾ, ਮੁਰਦਿਆਂ ਨੂੰ ਫੂਕਣ ਦਾ ਕੰਮ ਕਰਦਾ। ਚੰਡਾਲ ਕਹਿ ਦਿੰਦਾ ਚੱਲ ਵੀ ਆਹ ਕੰਮ ਕਰ, ਜੀ ਹਜੂਰ, 7 ਵਜੇ। ਇੱਕ ਬੱਚਾ ਹੈ, ਉਹ ਕਦੇ ਮਾਂ ਕੋਲੇ ਮਿਲ ਕੇ ਆਉਂਦਾ, ਕਦੇ ਪਿਤਾ ਕੋਲੇ। ਇੰਦਰ ਦੇਵਤਾ ਕਹਿੰਦਾ ਵੀ ਹੁਣ ਜ਼ਰੂਰ ਡੋਲੂਗਾ, ਵੀ ਹੁਣ ਤਾਂ ਬਹੁਤ ਕਰੜਾ ਇਮਤਿਹਾਨ ਪੈ ਗਿਆ। 1000 ਮੋਹਰ ਵੀ ਦੇ ਦਿੱਤੀ। ਇੰਦਰ ਕਹਿੰਦਾ ਵੀ ਇਹਨੇ ਤਾਂ ਮੋਹਰ ਲਾਤੀ, ਹੁਣ ਕਹਿੰਦਾ ਹੁਣ ਇੱਕ ਚਾਲ ਹੋਰ ਖੇਡੂ, ਉਹ ਚੋਂ ਨਹੀਂ ਨਿਕਲਦਾ। ਉਹ ਚਾਲ ਕੀ ਹੈ? ਮੁੰਡਾ ਬਿਮਾਰ ਹੋ ਗਿਆ, ਬੱਚਾ ਬਿਮਾਰ ਹੋਇਆ ਤੇ ਮਾਂ ਦੀ ਗੋਦੀ 'ਚ ਪਿਆ ਹੀ ਸਰੀਰ ਛੱਡ ਗਿਆ, ਪੁੱਤ ਮਰ ਗਿਆ। ਸਬਰ ਕੀਤਾ ਮਾਂ ਨੇ ਵੀ ਇਹ ਗਿਆ, ਰੋਂਦੀ ਹੈ ਤੇ ਕਹਿੰਦੇ ਮਾਂ ਆਪਦੇ ਪੁੱਤਰ ਨੂੰ ਲੈ ਕੇ ਉਸੇ ਸ਼ਮਸ਼ਾਨ ਘਾਟ 'ਚ ਆ ਗਈ ਤੇ ਚੰਡਾਲ ਨੇ ਕਿਹਾ ਸੀ ਵੀ ਜਿਹਨੂੰ ਵੀ ਸੰਸਕਾਰ ਕਰਨਾ ਉਹ ਤੋਂ ਇੱਕ ਦਮੜਾ ਲੈਣਾ, 1 ਰੁਪਈਆ ਲੈਣਾ, ਫੇਰ ਸੰਸਕਾਰ ਕਰ, ਨਹੀਂ ਤਾਂ ਅੰਦਰ ਨਹੀਂ ਵੜਨ ਦੇਣਾ ਕਿਸੇ ਨੂੰ। ਹੁਣ ਜਦੋਂ ਹਰੀਸ਼ ਚੰਦਰ ਬਾਹਰ ਆਉਂਦਾ ਹੈ ਦਰਵਾਜ਼ੇ 'ਚ, ਦੇਖਦਾ ਵੀ ਬਾਹਰ ਉਹਦੀ ਘਰ ਵਾਲੀ ਤੇ ਗੋਦੀ 'ਚ ਬੱਚਾ ਮਰਿਆ ਪਿਆ। ਕਿੱਡਾ ਕਹਿਰ ਵਾਪਰਿਆ। ਕਹਿੰਦੇ ਹੁਣ ਤਾਂ ਪੈਸਾ ਹੈ ਨਹੀਂ ਹਰੀਸ਼ ਚੰਦਰ ਕੋਲੇ, ਹੁਣ ਡੋਲੂ ਸਿਦਕ ਤੋਂ ਜਾਊ। ਪਤਾ ਕੀ ਕਹਿੰਦਾ ਹੈ? ਆਪਦੀ ਘਰ ਵਾਲੀ ਨੂੰ ਰਾਜਾ ਹਰੀਸ਼ ਚੰਦਰ ਕਹਿੰਦਾ ਗੱਲ ਸੁਣ, ਜਿਹਦੇ ਕੋਲ ਮੈਂ ਵਿਕ ਚੁੱਕਿਆ ਨਾ, ਜਿਹਦਾ ਮੈਂ ਨੌਕਰ ਆ, ਮੈਂ ਉਹਦੇ ਨਾਲ ਬੇਈਮਾਨੀ ਨਹੀਂ ਕਰਨੀ। ਜੇ ਤੇਰੇ ਕੋਲ ਇੱਕ ਮੋਹਰ ਹੈ ਤੇ ਮੈਂ ਇਹਦਾ ਸੰਸਕਾਰ ਕਰ ਸਕਦਾ, ਜੇ ਤੇਰੇ ਕੋਲੇ ਮੋਹਰ ਨਹੀਂ ਹੈ ਫਿਰ ਇਹਨੂੰ ਜਿੱਥੇ ਮਰਜ਼ੀ ਲੈ ਜਾ, ਭਾਵੇਂ ਨਦੀ 'ਚ ਰੋੜ ਦੇ, ਭਾਵੇਂ ਦਫਨਾ ਦੇ, ਭਾਵੇਂ ਲੱਕੜਾਂ ਬਾਹਰ ਇਕੱਠੀਆਂ ਕਰਕੇ ਅੱਗ ਲਾ ਦੇ। ਕਹਿੰਦੇ ਜਦੋਂ ਇੱਥੇ ਗੱਲ ਪਹੁੰਚ ਗਈ ਨਾ, ਸਿਦਕ ਤੋਂ ਨਹੀਂ ਡੋਲਿਆ। ਵਾਹ ਬਈ ਵਾਹ। ਗੈਲ ਧਰਮ ਦੀ ਕਦੇ ਨਾ ਛੱਡੀਏ, ਦੁੱਖ ਦੇ ਹਜ਼ਾਰ ਚੱਲੀਏ। ਗੈਲ ਧਰਮ ਦੀ ਕਦੇ ਨਾ ਛੱਡੀਏ, ਦੁੱਖ ਦੇ ਹਜ਼ਾਰ ਚੱਲੀਏ। ਦੁੱਖ ਦੇ ਹਜ਼ਾਰ ਚੱਲੀਏ, ਧਰਮ ਦੀ ਕਦੇ ਨਾ ਛੱਡੀਏ, ਦੁੱਖ ਦੇ ਹਜ਼ਾਰ ਚੱਲੀਏ। ਧਰਮ ਦੀ ਕਦੇ ਨਾ ਛੱਡੀਏ, ਦੁੱਖ ਦੇ ਹਜ਼ਾਰ ਚੱਲੀਏ। ਧਰਮ ਦੀ ਕਦੇ ਦੁੱਖੜੇ ਹਜ਼ਾਰ ਚੱਲੀਏ। ਧਰਮ ਦੀ ਕਦੇ ਨਾ ਛੱਡੀਏ, ਦੁੱਖੜੇ ਹਜ਼ਾਰ ਚੱਲੀਏ।
ਸੁਖ ਕੇ ਹਜ਼ਾਰ ਕਲੀਏ। ਰਾਜਾ ਹਰੀਸ਼ ਚੰਦਰ ਕਹਿੰਦਾ ਹੈ, ਰਾਣੀਏ ਨੂੰ ਲੈ ਜਾ, ਜੇ ਤੇਰੇ ਕੋਲ 1 ਟਕਾ ਨਹੀਂ ਹੈ, 1 ਮੋਹਰ ਨਹੀਂ ਹੈ, ਮੈਂ ਇਹਦਾ ਸੰਸਕਾਰ ਨਹੀਂ ਕਰ ਸਕਦਾ। ਆਪਦੇ ਪੁੱਤ ਨੂੰ ਮੋੜਦਾ। ਦੇਖੋ ਕਹਿੰਦਾ ਮੈਂ ਝੂਠ ਨਹੀਂ ਬੋਲਣਾ, ਮੈਂ ਜਿਹਦੇ ਕੋਲ ਵਿਕਿਆ ਆ ਮੈਂ ਉਹਦਾ ਬਣ ਕੇ ਰਹਿਣਾ। ਆ ਜੇ ਸਿੱਖੀ ਕਮਾਉਣੀ ਹੈ ਤਾਂ ਇਸ ਤਰ੍ਹਾਂ ਕਮਾਈਏ, ਗੁਰੂ ਦਾ ਬਚਨ ਇਸ ਤਰ੍ਹਾਂ ਕਮਾਈਏ ਕਿ ਵਿਕ ਜਾਈਏ ਗੁਰੂ ਅੱਗੇ। ਮਹਾਰਾਜ ਜੋ ਮਰਜ਼ੀ ਹੋ ਜੇ, ਫਿਰ ਝੂਠ ਨਹੀਂ, ਫਿਰ ਬੇਈਮਾਨੀ ਨਹੀਂ, ਫਿਰ ਚੋਰੀ ਨਹੀਂ, ਫਿਰ ਯਾਰੀ ਨਹੀਂ, ਫਿਰ ਕਪਟ ਨਹੀਂ ਹੈ। ਸ਼ੁੱਧ ਹਿਰਦਾ, ਸ਼ੁੱਧ ਨੀਅਤ, ਭਾਵੇਂ ਨਿਰੰਕਾਰ ਨੂੰ, ਭਾਵੇਂ ਨਿਰੰਕਾਰ ਨੂੰ ਸਾਈ ਗੱਲ ਚੰਗੀ ਹੋਵੇ, 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 ਭਾਵੇਂ ਕਰਤਾਰ ਨੂੰ ਸਾਈ ਗੱਲ ਚੰਗੀ ਹੋਵੇ, ਭਾਵੇਂ ਕਰਤਾਰ ਨੂੰ ਸਾਈ ਗੱਲ ਚੰਗੀ ਹੋਵੇ। ਜੀ ਜੰਤ ਸਭ ਸਰਣ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਜੋ ਤੈਨੂੰ ਪਾਉਂਦਾ, ਜੋ ਤੁਧ ਭਾਵੈ ਸਾਈ ਭਲੀ ਭਲੀ, ਤੂੰ ਸਦਾ ਸਲਾਮਤ ਨਿਰੰਕਾਰ। ਕਹਿੰਦੇ ਜਦੋਂ ਪੁੱਤਰ ਦੀ ਲਾਸ਼ ਮੂਹਰੇ ਖੜੋਤਾ ਹੈ ਹਰੀਸ਼ ਚੰਦਰ, ਅੱਖਾਂ ਚੋਂ ਨੀਰ ਵਹਿ ਤੁਰਿਆ ਵੀ ਰੱਬ ਜੀ ਭਗਵਾਨ ਇੱਕ ਇਹੋ ਜਿਹਾ ਪਰਚਾ ਪਾਇਆ ਸਾਡੇ ਤੇ। ਕਹਿੰਦੇ ਫਿਰ ਤਾਂ ਭਗਵਾਨ ਵਿਸ਼ਨੂੰ ਪ੍ਰਗਟ ਹੋ ਕੇ ਖੜ ਗਏ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਭਗਵਾਨ ਖੜ ਗਏ ਉੱਥੇ, ਨਾਲ ਹੀ ਇੰਦਰ ਦੇਵਤਾ ਖੜਿਆ ਹੈ, ਨਾਲ ਹੀ ਵਿਸ਼ਿਸ਼ਟ ਮੁਨੀ ਖੜਾ ਹੈ, ਦੇਵੀ ਦੇਵਤੇ ਖੜੇ ਨੇ। ਕਹਿੰਦੇ ਧੰਨ ਹੈ ਰਾਜਾ ਹਰੀਸ਼ ਚੰਦਰ, ਤੇਰੀ ਜੁਗ ਜੁਗ ਸੋਭਾ ਹੋਊਗੀ। ਅੱਜ ਸਾਡੇ ਵਰਗੇ ਰਾਜੇ ਹਰੀਸ਼ ਚੰਦਰ ਦੀਆਂ ਸਾਖੀਆਂ ਸੁਣਾਉਂਦੇ ਨੇ, ਕਿਉਂਕਿ ਪਤਾ ਲੱਗਦਾ ਵੀ ਜਿਨ੍ਹਾਂ ਨੇ ਸੱਚ ਤੇ ਪਹਿਰਾ ਦਿੱਤਾ, ਜਿਨ੍ਹਾਂ ਨੇ ਧਰਮ ਕਮਾਇਆ ਆ, ਉਹ ਜਿਹੜੇ ਵਿਕ ਗਏ, ਇੱਕ ਨੂੰ ਵਿਕ ਗਏ, ਜਿਹੜੇ ਇੱਕ ਦੇ ਹੁਕਮ ਵਿੱਚ ਆ ਗਏ, ਉਹਨਾਂ ਤੋਂ ਇਹ ਸਿੱਖਿਆ ਲੈ ਲਈਏ ਆਪਾਂ, ਇਹ ਮੱਤ ਮਿਲਦੀ ਹੈ। ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ ਤਰੀਏ। ਤਰ ਗਏ। ਇਹ ਜੀਵਨ ਵਿੱਚ ਹੁਣ ਇੱਥੇ ਕਈ ਸਵਾਲ ਖੜੇ ਹੁੰਦੇ ਨੇ। ਕਹਿੰਦੇ ਜੀ ਗੰਗੂ ਬ੍ਰਾਹਮਣ ਨੇ ਵੀ ਤਾਂ ਸੱਚ ਹੀ ਬੋਲਿਆ ਸੀ ਕਿ ਸਾਹਿਬਜ਼ਾਦੇ ਨੇ, ਇਹ ਗੁਰੂ ਗੋਬਿੰਦ ਸਿੰਘ ਦੀ ਮਾਂ ਹੈ, ਉਹਦੀ ਜ਼ੁਬਾਨ ਸੱਚ ਕਹਿੰਦੀ ਸੀ ਪਰ ਉਹਦੀ ਨੀਅਤ ਖੋਟੀ ਸੀ। ਉਹਦੇ ਅੰਦਰ ਲੋਭ ਸੀ, ਤੇ ਲੋਭੀ ਕੁੱਤਾ ਉਹਦੇ ਮਾਲਕ ਨੂੰ ਵੀ ਖਾਂਦਾ ਹੈ। 21 ਸਾਲ ਗੁਰੂ ਘਰ ਦੀ ਚਾਕਰੀ ਕੀਤੀ, ਰਸੋਈਆ ਰਿਹਾ, ਨੌਕਰੀ ਕੀਤੀ, ਤਨਖਾਹ ਮਿਲਦੀ ਰਹੀ ਬਕਾਇਦਾ। 21 ਸਾਲ ਗੁਰੂ ਗੋਬਿੰਦ ਸਿੰਘ ਦੇ ਦਰ ਘਰ ਦਾ ਨੌਕਰ ਹੋ ਕੇ ਵੀ ਥੋੜੀਆਂ ਜੀਆਂ ਚੰਦ ਮੋਹਰਾਂ ਪਿੱਛੇ ਉਹਨੇ ਸਾਹਿਬਜ਼ਾਦੇ ਬੰਦੀ ਕਰਵਾਤੇ। ਕਾਰਨ ਬਣਿਆ ਨਾ ਸ਼ਹਾਦਤ ਦਾ। ਤੇਰੀ ਨੀਅਤ ਵੇਖੀ ਜਾਣੀ, ਤੇਰੀ ਸੋਚ ਕਿੱਥੇ।
ਪਹਿਲਾਂ ਨੀਅਤ ਰਾਸ ਕਰ, ਫਿਰ ਖੁਦਾਏ ਖੁਦਾਏ। ਗੱਲ ਹੀ ਇੰਨੀ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਮ। ਤੇ ਸਾਹਿਬਜ਼ਾਦਿਆਂ ਨੂੰ ਜਦੋਂ ਕਚਹਿਰੀ ਵਿੱਚ ਖੜਾਇਆ, ਜਦੋਂ ਪੁੱਛਿਆ ਵੀ ਬੱਚਿਓ ਤੁਹਾਡੀਆਂ ਜਾਨਾਂ ਬਖਸ਼ ਦਿਆਂਗੇ, ਇੱਕ ਵਾਰੀ ਕਹਿ ਦਿਓ ਅਸੀਂ ਮੁਸਲਮਾਨ ਹੋ ਗਏ। ਕਹਿੰਦੇ ਨਹੀਂ, ਮਰਨੀ ਮਰ ਜਾਾਂਗੇ। ਮੁਸਲਮਾਨ ਧਰਮ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ, ਪਰ ਜੇ ਅਸੀਂ ਸਿੱਖਾਂ ਦੇ ਘਰ ਜੰਮੇ ਆ ਤੇ ਅਸੀਂ ਸਿੱਖੀ ਸਰੂਪ 'ਚ ਹੀ ਰਹਿਣਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਜੇ ਅਸੀਂ ਹਿੰਦੂਆਂ ਦੇ ਘਰ ਜੰਮੇ ਤੇ ਹਿੰਦੂਆਂ ਵਿੱਚ ਹੀ ਪੂਰੇ ਰਹੀਏ। ਜਿਹੜੇ ਘਰ 'ਚ ਜਿਹੜੇ ਧਰਮ 'ਚ ਪੈਦਾ ਹੋਇਆ ਹੈ ਉੱਥੇ ਪੱਕਾ ਹੋਵੇ ਪੂਰਾ। ਇਹ ਬੇਨਤੀ ਹੈ। ਅੱਜ ਕੱਲ ਸਿੱਖਾਂ ਦੇ ਬੱਚਿਆਂ 'ਚ ਇੱਕ ਰਿਵਾਜ ਹੈ, ਉਹ ਕੋਈ ਸਿੰਗਰ ਜਿਹਾ ਸੀਗਾ, ਉਹਨੇ ਦਾੜੀ ਗੱਲੀ ਵਧਾਈ ਸੀ ਤੇ ਕੇਸ ਕੱਟੇ ਹੋਏ ਸੀ। ਮੈਂ ਨਾਂ ਨਹੀਂ ਲੈਣਾ, ਤੁਹਾਨੂੰ ਪਤਾ ਹੀ। ਤੇ ਕਈ ਬੱਚਿਆਂ ਨੇ ਉਹਦੀ ਰੀਸ ਗੱਲੀ ਦਾੜੀ ਵਧਾਈ ਹੈ ਤੇ ਕੇਸ ਕੱਟੇ ਹੋਏ ਹੈ। ਕਈ ਦਾੜੀ ਮੁੱਛਾਂ ਹੀ ਵਢਾ ਲੈਂਦੇ ਨੇ, ਕਟਾਉਂਦੇ ਨੇ ਤੇ ਇਕੱਲੇ ਕੇਸ ਰੱਖੇ ਹੁੰਦੇ ਆ, ਤੇ ਕਈ ਜਮਾਂ ਹੀ ਘਰੜ ਬਣਾ। ਖਿਮਾ ਕਰਿਓ, ਭਗਵਾਨ ਰਾਮ ਜੀ ਨੇ, ਭਗਵਾਨ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਐਂਟਰੀ ਦੇ ਦੇਣੀ ਹੈ ਜਿਹੜੇ ਹਿੰਦੂਆਂ ਦੇ ਘਰ 'ਚ ਜੰਮੇ ਆ ਤੇ ਦਾੜੀ ਕੇਸ ਕਤਲ ਕਰਾਉਂਦੇ, ਉਹਨਾਂ ਦਾ ਧਰਮ ਇਜਾਜ਼ਤ ਦਿੰਦਾ ਹੈ। ਜਿਹੜੇ ਕੱਲੀ ਦਾੜੀ ਵਧਾਉਂਦੇ ਨੇ, ਕੇਸ ਕਟਾਉਂਦੇ ਨੇ, ਉਹ ਮੁਸਲਮਾਨ, ਉਹਨਾਂ ਨੂੰ ਹਜ਼ਰਤ ਮੁਹੰਮਦ ਸਾਹਿਬ ਨੇ ਐਂਟਰੀ ਦੇ ਦੇਣੀ ਹੈ, ਕਿਉਂਕਿ ਉਹਨਾਂ ਦਾ ਧਰਮ ਇਜਾਜ਼ਤ ਦਿੰਦਾ ਹੈ, ਸੁਨਨਤ ਕਰਕੇ ਇਜਾਜ਼ਤ ਦਿੰਦਾ ਹੈ। ਪਰ ਸਿੱਖੋ, ਜਿਹੜੇ ਸਿੱਖ ਹੋ ਕੇ ਉਹਨਾਂ ਦੀਆਂ ਰੀਸਾਂ ਕਰਦੇ ਆ, ਗੁਰੂ ਗੋਬਿੰਦ ਸਿੰਘ ਜੀ ਮੂਹਰੇ ਕੀ ਮੂੰਹ ਲੈ ਕੇ ਜਾਓਗੇ? ਦਿਖਾਉਣ ਜੋਗੇ ਹੈਗੇ ਮੂੰਹ? ਕੀ ਕਹਿਣਗੇ ਮਹਾਰਾਜ? ਭੁੱਲ ਗਏ ਓਏ ਮੇਰੇ ਸਾਹਿਬਜ਼ਾਦਿਆਂ ਨੂੰ, ਮੇਰੇ ਪੁੱਤਰਾਂ ਨੂੰ ਭੁੱਲ ਗਏ? ਤੁਹਾਨੂੰ ਉਹ ਸਰਹੰਦ ਦੀਆਂ ਕੰਧਾਂ ਨਹੀਂ ਦਿਸਦੀਆਂ? ਛੋਟੇ ਛੋਟੇ ਸਾਹਿਬਜ਼ਾਦੇ ਗੁਰੂ ਦੇ ਲਾਲ ਨਹੀਂ ਦੀਂਦੇ? ਨਹੀਂ, ਸੱਚ ਧਰਮ, ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਕੋੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਸੱਚ ਰਹੀ। ਸੱਚ ਜੇਤੂ ਹੈ, ਰਾਜ ਕਰੇਗਾ ਖਾਲਸਾ। ਕਈ ਕਹਿਣਗੇ ਜੀ ਕਦੋਂ ਰਾਜ ਹੋਣਾ? ਓਏ ਅੱਜ ਵੀ ਤਾਂ ਹੈਗਾ, ਖਾਲਸੇ ਦਾ ਰਾਜ ਹੀ ਅੱਜ ਵੀ। ਮਤਲਬ ਖਾਲਸੇ ਦਾ ਰਾਜ ਵੀ ਅੱਜ ਵੀ ਸੱਚ ਹੀ ਜਿੱਤਦਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਰਾਜ ਸੱਚ ਦਾ ਹੀ ਹੈ, ਝੂਠ ਦੇ ਤਾਂ ਮਾਰਾਂ ਹੀ ਪੈ ਰਹੀਆਂ। ਸੱਚ ਛੁਪਾਇਆ ਛੁਪੇ ਨਹੀਂ, ਨਾਮ ਨਾ ਮੈਲਾ ਹੋਏ। ਇਹ ਨਹੀਂ ਵੀ ਕੱਲ ਨੂੰ ਦੇਖਾਂਗੇ ਰਾਜ ਆਉਣਾ, ਰਾਜ ਤਾਂ ਅੱਜ ਵੀ ਸੱਚ ਦਾ। ਜਦੋਂ ਪੂਰਾ ਨਿਆਂ ਹੋ ਜਾਂਦਾ, ਜਿੱਥੇ ਸੱਚ ਜਿੱਤ ਜਾਂਦਾ ਹੈ, ਭਾਵੇਂ ਕਿਸੇ ਧਰਮ ਦੇ ਵਿੱਚ ਹੈ, ਕਿਸੇ ਮਜ਼ਹਬ ਵਿੱਚ ਹੈ, ਜਦੋਂ ਸੱਚ ਜਿੱਤਦਾ ਤੇ ਰਾਜ ਖਾਲਸੇ ਦਾ ਹੀ ਹੈ। ਦੁਨੀਆ ਤੇ ਸੱਚ ਕਾਇਮ ਰਹੂਗਾ, ਸੱਚ ਸਦਾ ਹੀ ਜਿੰਦਾਬਾਦ ਹੈ। ਥੋੜੇ ਦਿਨ ਧੁੰਦ ਦੇ ਬੱਦਲ ਸੂਰਜ ਦੀ ਰੋਸ਼ਨੀ ਨੂੰ ਲੁਕੋ ਲੈਂਦੇ ਆ, ਪਰ ਬਹੁਤਾ ਚਿਰ ਨਹੀਂ, ਅਖੀਰੀ ਸੂਰਜ ਉਵੇਂ ਹੀ ਦਿਸਦਾ ਹੈ। ਮਾਲਕ ਕਿਰਪਾ ਕਰ। ਉਹ ਜ਼ੁਬਾਨ ਤੋਂ ਬੋਲਿਆ ਸੱਚ ਵੀ
ਝੂਠ ਨਾਲੋਂ ਵੀ ਭੈੜਾ ਸੀ ਜਿਹਨੇ ਸਾਹਿਬਜ਼ਾਦੇ ਕੈਦ ਕਰਵਾਏ। ਨੀਅਤ ਖੋਟੀ ਸੀ ਨਾ। ਤੇ ਇੱਧਰ ਜ਼ੁਬਾਨ ਤੋਂ ਬੋਲਿਆ ਹੋਇਆ ਝੂਠ, ਨੀਅਤ ਸਾਫ਼ ਸੀ ਨਾ। ਗਨੀ ਖਾਂ ਤੇ ਨਬੀ ਖਾਂ ਕਹਿੰਦੇ ਇਹ ਤਾਂ ਉੱਚ ਦੇ ਪੀਰ ਆਏ ਆ ਸਾਡੇ। ਗੁਰੂ ਗੋਬਿੰਦ ਸਿੰਘ ਨੂੰ ਮੰਜੀ ਤੇ ਬਿਠਾ ਕੇ ਉੱਚ ਦੇ ਪੀਰ ਬਣਾ ਕੇ ਕੱਢ ਲਿਆ ਮਾਛੀਵਾੜੇ ਦੇ ਜੰਗਲਾਂ 'ਚ। ਆਲਮਗੀਰ ਸਾਹਿਬ ਆਏ। ਉਹ ਜ਼ੁਬਾਨ ਤੋਂ ਬੋਲਿਆ ਝੂਠ, ਨੀਤ ਸਾਫ਼ ਸੀ। ਬਸ ਗੱਲ ਨੀਤ ਤੇ ਖੜੀ ਹੈ। ਜਿੰਨਾ ਚਿਰ ਤੂੰ ਅੰਦਰੋਂ ਝੂਠਾ ਹੈ ਉਹਨਾਂ ਚਿਰ ਲੱਖ ਬੋਲੀ ਜਾ ਜ਼ੁਬਾਨ ਤੋਂ। ਸਤਿਗੁਰੂ ਕਿਰਪਾ ਕਰਨ। ਅੱਜ ਦੀ ਹਾਜ਼ਰੀ, ਫਿਰ ਕੱਲ ਨੂੰ ਸਵੇਰੇ ਅੰਮ੍ਰਿਤ ਵੇਲੇ 4 ਵਜੇ ਸਿਮਰਨ ਸਾਧਨਾ, 21 ਤਰੀਕ ਸਵੇਰੇ, ਤੇ ਕੱਲ ਸ਼ਾਮ ਨੂੰ ਜਿਹੜਾ ਦੀਵਾਨ ਹੈ ਉਹ ਡੁਮੇਲੀ ਹੈ, ਉੱਥੋਂ ਲਾਈਵ ਆਏਗਾ ਇਹਨਾਂ ਚੈਨਲਾਂ ਤੇ। ਈਸ਼ਰ ਦਰਬਾਰ ਤੇ ਜਿਹੜਾ ਤੁਸੀਂ ਦਰਸ਼ਨ ਕਰ ਰਹੇ ਹੋ, ਤੇ ਨਾਲ ਹੀ NSB ਨਾਨਕਸਰ ਭਗਤੀ ਦਾ ਘਰ। ਇਸ ਚੈਨਲ ਨੂੰ ਦੋਵਾਂ ਨੂੰ ਵੱਧ ਤੋਂ ਵੱਧ ਸੇਵਾ ਦਾ ਮੌਕਾ ਦਿਓ ਭਾਈ। ਘਰ ਘਰ ਬਾਬਾ ਗਾ ਵੀ ਹੈ, ਘਰ ਘਰ ਪਹੁੰਚਾਓ। ਇਹਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਬਾਓ। ਕਥਾ ਕੀਰਤਨ ਹੀ ਆਪਣਾ ਜੋ ਪਰਮੇਸ਼ਰ ਵਾਹਿਗੁਰੂ ਜੀ ਨੇ ਡਿਊਟੀ ਲਾਈ ਹੈ। ਆਉਣ ਵਾਲੇ ਦਿਨਾਂ 'ਚ ਦੀਵਾਨ ਹਨ। ਬਾਬਾ ਨਾਨਕ ਸਿੰਘ ਦੀ ਵਰਸੀ ਵੀ ਆ ਰਹੀ ਹੈ। ਦੇਖੋ ਬਾਬਾ ਜੀ ਸਾਨੂੰ ਸੱਚ ਦਾ ਪਾਠ ਪੜ੍ਹਾ ਕੇ, ਦਿਖਾਵਾ ਤੇ ਪਖੰਡ ਨਹੀਂ। ਬਾਬਾ ਜੀ ਕਹਿੰਦੇ ਦਿਖਾਵਾ ਤੇ ਪਖੰਡ ਇਸ ਘਰ 'ਚ ਪ੍ਰਵਾਨ ਨਹੀਂ ਹੋਣਾ। ਬਾਬਾ ਜੀ ਨੇ ਰਹਿਮਤ ਕੀਤੀ ਹੈ। ਕੱਲ ਪਰਸੋਂ ਬਰਨਾਲੇ ਗਏ ਸੀ ਤੇ ਉੱਥੇ ਇੱਕ ਕਵਿਤਾ ਬਾਬਾ ਨਾਨਕ ਸਿੰਘ ਦੇ ਪਿਆਰ ਵਿੱਚ ਦਾਸ ਰਿਕਾਰਡ ਕਰਾ ਕੇ ਆਇਆ, ਤੇ ਉਹ ਕੱਲ ਨੂੰ ਮਹਾਰਾਜ ਦੀ ਕਿਰਪਾ ਨਾਲ ਕੱਲ ਪਰਸੋਂ ਦੇ ਵਿੱਚ ਉਹ ਰਿਲੀਜ਼ ਹੋ ਜਾਣੀ ਹੈ। ਉਹਦੇ ਬੋਲ ਸੁਣਿਓ ਵੀ ਬਾਬਾ ਨਾਨਕ ਸਿੰਘ ਨੇ ਕਿਸੇ ਨੂੰ ਆਪਦੇ ਪੈਰਾਂ 'ਚ ਮੱਥਾ ਨਹੀਂ ਟਿਕਾਇਆ, ਸੰਤ ਤੇ ਬਾਬੇ ਨਹੀਂ ਅਖਵਾਇਆ, ਗੁਰੂ ਨਾਨਕ ਦੇ ਲੜ ਲਾਇਆ, ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਮੰਨਿਆ, ਪ੍ਰਤੱਖ ਪ੍ਰਗਟ ਕੀਤਾ, ਭੋਗ ਲਵਾਇਆ। ਗੁਰੂ ਸਾਹਿਬ ਦਾ ਇੱਕ ਇੱਕ ਹੁਕਮ ਬਾਬਾ ਜੀ ਨੇ ਸੱਤ ਕਰਕੇ ਮੰਨਿਆ। ਜੇ ਪ੍ਰਸ਼ਾਦਾ ਛਕਦੇ ਆ, ਪਾਠੀ ਸਿੰਘ ਨੇ ਪੰਕਤੀ ਪੜ੍ਹੀ ਨਾ, ਫਰੀਦਾ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀ। ਬਾਬਾ ਜੀ ਕਹਿੰਦੇ ਈਸ਼ਰ ਲਿਆ, ਜੇ ਕੋ ਪ੍ਰਸ਼ਾਦਾ ਹੱਥ ਤੇ ਦੇ ਦੇ ਸਾਡੇ, ਤੇ ਪਾਣੀ ਲਿਆ ਦੇ ਬਸ। ਅੱਜ ਰੁੱਖੀ ਖਾਣ ਦਾ ਹੁਕਮ ਹੋਇਆ। ਅਸੀਂ ਖਿਮਾ ਕਰਿਓ, ਅਸੀਂ ਕਹਿ ਤਾਂ ਦਿੰਦੇ ਹਾਂ ਸਤਿਗੁਰੂ ਜੀ ਹੁਕਮਨਾਮਾ ਬਖਸ਼ੋ, ਸਾਨੂੰ ਚੱਲਣ ਦੀ ਸਮਰੱਥਾ ਬਖਸ਼ੋ, ਪਰ ਚੱਲਣ ਦਾ ਯਤਨ ਨਹੀਂ ਕਰਦੇ ਆਪਾਂ। ਹੁਕਮਨਾਮਾ ਤਾਂ ਇੱਕ ਹੀ ਬਥੇਰਾ, ਪੰਕਤੀ ਤਾਂ ਇੱਕੋ ਹੀ ਬੜੀ ਹੈ, ਸ਼ਬਦ ਤਾਂ ਇੱਕੋ ਹੀ ਨਿਹਾਲ ਕਰ ਦੂ ਤੇਰੀ ਜ਼ਿੰਦਗੀ। ਇੱਕ ਸ਼ਬਦ ਹੀ, ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾਮ। आओ पढ़िए फिर समाप्ति करिए। बाबा जी तेरे गुण गावा, 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 बाबा जी तेरे गुण गावा।
ਜਪਿਆ ਤੇਜ ਪਾਇਆ, ਪੈਰੀ ਮੱਥਾ ਨਾ ਟਿਕਵਾਇਆ। ਬਾਬਾ ਜੀ ਸੰਤ ਨਾ ਅਖਵਾਇਆ, ਗੁਰੂ ਕੇ ਸਿੰਘ ਧੰਨ ਬਾਬਾ ਆਨੰਦ ਸਿੰਘ। ਗੁਰੂ ਦਾ ਹੁਕਮ ਬਜਾਇਆ, ਆਸਣ ਟੋਆ ਪੁੱਟ ਕੇ ਲਾਇਆ। ਸਭ ਤੋਂ ਨੀਵੇਂ ਸਦਵਾਇਆ, ਗੁਰੂ ਕੇ ਸਿੰਘ। ਮੇਰੇ ਬਾਬਾ ਆਨੰਦ ਸਿੰਘ। ਟੋਆ ਪੁੱਟ ਕੇ ਆਸਣ ਲਾਇਆ, ਸਭ ਤੋਂ ਨੀਵੇਂ ਹੀ ਸਦਵਾਇਆ। ਪੈਰੀ ਮੱਥਾ ਨਾ ਟਿਕਵਾਇਆ, ਚਰਣੀ ਗੁਰੂ ਨਾਨਕ ਦੇ ਲਾਇਆ, ਗੁਰੂ ਕੇ ਸਿੰਘ। ਮੇਰੇ ਬਾਬਾ ਆਨੰਦ ਸਿੰਘ। ਤੋ ਆਓ ਇੱਥੇ ਖੇਮਾ ਦੇ ਜਾ ਚੱਖਾਂ। ਹਰ ਜਸ ਦੀ ਪੌੜੀ। ਸਾਰੀ ਸੰਗਤ ਦਾ ਧੰਨਵਾਦ। ਜੀ ਆਇਆਂ ਨੂੰ ਜਿੰਨੇ ਕਦਮ ਰੱਖੇ ਸਿਰ ਮੱਥੇ ਤੇ, ਜਿਨ੍ਹਾਂ ਰਾਹਾਂ ਤੋਂ ਆਏ ਉਹਨਾਂ ਰਾਹਾਂ ਤੋਂ ਸਦਕੇ ਜਾਈਏ। ਸਹਿਜੇ ਸਹਿਜੇ ਹੀ ਬਸ ਮਹਾਰਾਜ ਕਿਰਪਾ ਕਰੀ ਜਾਣ, ਹੌਲੀ 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 ਬਸ ਤੁਰੇ ਜਾਣਾ ਆ ਇਸ ਮੰਜ਼ਲ ਤੇ। ਇੱਕ ਦਿਨ ਮਹਾਰਾਜ ਨੇ ਪਹੁੰਚਾ ਦੇਣਾ ਆ, ਪਰ ਆਪਦਾ ਮਾਰਗ ਨਾ ਛੱਡੀਏ। ਉਸ ਪੰਧ ਦੇ ਪੰਧ ਹੀ ਬਣੀ ਰਹੀ ਹੈ। ਮਿਹਨਤ ਜ਼ਰੂਰ ਰੰਗ ਲਾਉਂਦੀ ਹੈ, ਜ਼ਰੂਰ ਕਿਰਪਾ ਹੁੰਦੀ ਹੈ। ਮਾਫ ਕਰਿਓ, ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ। ਐ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਜਿਨ੍ਹਾਂ ਨੇ ਦੁਨੀਆ ਪਿੱਛੇ ਲੱਗ ਕੇ ਦੀਨ ਗਵਾਏ ਆ ਨਾ, ਦੁਨੀਆ ਉਹਨਾਂ ਦੀ ਵੀ ਨਹੀਂ ਬਣੀ। ਆਖੋ ਸਤਨਾਮ। ਦੋ ਨੀਆਂ ਦੁਨੀਆ, ਦੋ ਨੀਆਂ। ਆਪੇ ਹੀ ਅੰਦਾਜ਼ਾ ਲਾ ਲਿਓ। ਗੁਰੂ ਕਿਰਪਾ ਕਰੇ। ਪਰਮੇਸ਼ਰ ਤੇ ਟੇਕ, ਇੱਕ ਵਾਹਿਗੁਰੂ ਤੇ ਹਮਰਾ ਧੜਾ ਹਰ ਰਹਿਆ ਸਮਾਈ। ਆਪਣਾ ਧੜਾ ਗੁਰੂ ਸਾਹਿਬ। ਆਪਾਂ ਗੁਰੂ ਦੇ ਨਾਲ ਖੜਨਾ ਹੈ। ਮਾਲਕ ਮਿਹਰ ਕਰ, ਬਖਸ਼ਿਸ਼ ਕਰ। ਦੇਖੋ ਦਾਸ ਇੱਕ ਵਾਰੀ ਹੁਣ ਜਾ ਕੇ ਆਏਗਾ, ਵਿਦੇਸ਼ ਜਾਣਾ ਅਗਲੇ ਮਹੀਨੇ। 15-20 ਦਿਨ ਲਾਉਣੇ ਆ। ਪਹਿਲਾਂ ਤਾਂ ਗੁਹਾਟੀ ਸਮਾਗਮ ਆਪਣਾ 1 ਤੋਂ 4, 2 ਤੋਂ 4 ਸਤੰਬਰ। ਉਸ ਤੋਂ ਬਾਅਦ ਵਿਦੇਸ਼ ਜਾਣਾ ਥੋੜਾ ਚਿਰ। ਉਸ ਤੋਂ ਬਾਅਦ ਆ ਕੇ, ਕਿਉਂਕਿ ਇਹ ਪ੍ਰੋਗਰਾਮ ਪਹਿਲਾਂ ਸੈੱਟ ਹੋਏ ਤੇ ਮੇਰਾ ਮਨ ਕਰਦਾ ਆ ਅੰਦਰੋਂ ਕਿ ਮਹਾਰਾਜ ਕੋਈ ਕਿਰਪਾ ਕਰਦੇ ਨੇ ਉਦੋਂ ਪਹਿਲਾਂ ਤੇ ਚੰਗੀ ਗੱਲ ਹੈ, ਤੇ ਨਹੀਂ ਤਾਂ ਸੰਗਤ ਮੇਰੇ ਨਾਲ ਜਿਹੜੀ ਪਿਆਰ ਕਰਦੀ ਹੈ ਦਿਲੋਂ, ਅਸੀਂ ਫਿਰ ਗੁਰੂ ਸਾਹਿਬ ਦੀ ਖਾਤਰ ਜਿਹੜਾ ਬਰਗਾੜੀ ਮੋਰਚਾ ਲੱਗਿਆ ਨਾ ਬਾਈਬਲ ਕਲਮ, ਜੇ ਤਾਂ ਸਰਕਾਰ ਨੇ ਕੋਈ ਠੋਸ ਕਦਮ ਚੁੱਕਿਆ ਤੇ ਸਰਕਾਰ ਨੇ ਪੂਰਾ ਨਿਆਂ ਕੀਤਾ, ਫੇਰ ਤਾਂ ਠੀਕ ਹੈ, ਅਸੀਂ ਵੀ ਖੁਸ਼ ਹਾਂ, ਸੰਗਤ ਵੀ ਖੁਸ਼। ਪਰ ਜੇ ਸਰਕਾਰ ਨੇ ਨਿਆਂ ਨਾ ਦਿੱਤਾ, ਕਾਨੂੰਨੀ ਕਾਰਵਾਈ ਨਾ ਕੀਤੀ ਉਹਨਾਂ ਤੇ ਜਿਨ੍ਹਾਂ ਨੇ ਨਿਹੱਥੇ ਸਿੱਖਾਂ ਤੇ ਗੋਲੀਆਂ ਚਲਾਈਆਂ, ਬਾਣੀ ਪੜ੍ਹਦਿਆਂ ਨੂੰ ਗੋਲੀਆਂ ਮਾਰੀਆਂ, 2 ਮੁੰਡੇ ਸ਼ਹੀਦ ਹੋਏ। ਮਾਫ ਕਰਿਓ, ਸੀ ਸਿੱਧੂ ਮੂਸੇਵਾਲਾ ਜੋ ਪਿੱਛੇ ਜੇ ਗੈਂਗਸਟਰਾਂ ਨੇ ਮਾਰਿਆ, ਉਹਨੂੰ ਯਾਦ ਤਾਂ ਕਰਦੇ ਆ, ਰੋਨੇ ਆ, ਕਿਉਂਕਿ ਉਹ ਮਾਪਿਆਂ ਦਾ ਇਕੱਲਾ ਕਹਿਰਾ ਪੁੱਤ ਸੀ, ਤੁਰ ਗਿਆ, ਦੀਵਾ ਬੁਝ ਗਿਆ ਘਰ ਦਾ। ਪਰ ਮਾਫ ਕਰਿਓ, ਉਹ ਜਿਹੜੇ
ਬਰਗਾੜੀ ਬਹਿਬਲ ਕਲਾਂ ਜਦੋਂ ਕੋਟਕਪੂਰੇ ਗੋਲੀ ਚੱਲੀ ਹੈ, ਜਿਹੜੇ ਉਦੋਂ 2 ਮੁੰਡੇ ਸ਼ਹੀਦ ਹੋਏ, 2 ਸਿੰਘ ਸ਼ਹੀਦ ਹੋਏ, ਉਹ ਵੀ ਤਾਂ ਕਿਸੇ ਮਾਪਿਆਂ ਦੇ ਪੁੱਤ ਹੀ ਹੈ ਨਾ। ਉਹਨਾਂ ਨੂੰ ਵੀ ਯਾਦ ਕਰੀਏ। ਜਿਹੜੇ ਨਿੱਤ ਬਾਰਡਰਾਂ ਤੇ ਮਰਦੇ ਆ, ਜਵਾਨ ਸ਼ਹੀਦ ਹੁੰਦੇ ਆ, ਉਹਨਾਂ ਨੂੰ ਵੀ ਯਾਦ ਕਰੀਏ। ਕੱਲੀ ਕੱਲੀ ਜਾਨ ਕੀਮਤੀ ਹੈ ਮਾਪਿਆਂ ਲਈ, ਉਹਨਾਂ ਦੇ ਪਰਿਵਾਰ ਲਈ। ਤੋ ਜੇ ਸਰਕਾਰ ਨੇ ਨਿਆਂ ਨਾ ਦਿੱਤਾ ਫਿਰ ਮੋਰਚਾ ਲੱਗੂਗਾ, ਤੇ ਉਹ ਮੋਰਚਾ ਫਿਰ ਸਤਿਗੁਰੂ ਕਿਰਪਾ ਕਰਨਗੇ। ਉਹ ਮੋਰਚਾ ਫਿਰ ਪੋਲੇ ਵੈਰੀ ਨਹੀਂ, ਕੋਈ ਛੋਟਾ ਮੋਟਾ ਮੋਰਚਾ ਨਹੀਂ ਹੋਊਗਾ। ਉਹ ਪੰਜਾਬ ਪੱਧਰ ਦਾ ਇੱਕ ਮੋਰਚਾ ਹੋਊਗਾ। ਤੇ ਸਰਕਾਰਾਂ ਨੂੰ ਦਾਸ ਕੀਰਤਨ ਦੇ ਰਾਹੀਂ ਅਲਰਟ ਕਰ ਰਿਹਾ, ਬੇਨਤੀ ਕਰ ਰਿਹਾ ਵੀ ਤੁਸੀਂ ਹੁਣ ਤੁਹਾਡੇ ਹੱਥ ਡੋਰ ਹੈ ਤੇ ਛੇਤੀ ਛੇਤੀ ਨਿਆਂ ਕਰੋ। ਜਿਹੜੇ ਕਾਤਲ ਹੈ, ਜਿਨ੍ਹਾਂ ਨੇ ਅਪਰਾਧ ਕੀਤਾ ਹੈ, ਉਹਨਾਂ ਨੂੰ ਕਟਹਿਰਿਆਂ 'ਚ ਖੜਾਓ। ਤੇ ਨਹੀਂ ਤਾਂ ਫਿਰ ਇਹ ਕੰਮ ਫਿਰ ਵਧੂਗਾ, ਕਿਉਂਕਿ ਸੰਗਤ ਕਿੰਨਾ ਕੁ ਚਿਰ ਹੁਣ ਉਡੀਕ ਕਰੂਗੀ। ਬਾਰ-ਬਾਰ ਆਪਾਂ ਟਾਈਮ ਲੈ ਜਾਂਦੇ ਆ, ਸਰਕਾਰਾਂ ਟਾਈਮ ਲੈ ਜਾਂਦੀਆਂ, ਹੁਣ ਕਰਾਂਗੇ ਜੀ ਨਿਆਂ, ਹੁਣ ਕਰਾਂਗੇ। ਕਮਾਲ ਹੋ ਗਈ। ਉਹਨਾਂ ਮਾਪਿਆਂ ਨੂੰ ਪੁੱਛੋ ਤਾਂ ਸਹੀ ਕੀ ਹਾਲ ਹੈ ਉਹਨਾਂ ਦਾ। ਦੀਵਾਲੀ, ਹੋਲੀ, ਲੋਹੜੀ ਤੇ ਕੀ ਬਣਦਾ ਹੋਊ ਉਹਨਾਂ ਦਾ। ਜਦੋਂ ਕਿਸੇ ਦੇ ਪੁੱਤ ਦੀ ਜੰਨ ਤਰਦੀ ਹੋਊਗੀ, ਉਹ ਮਾਪਿਆਂ ਦਾ ਕੀ ਹਾਲ ਹੁੰਦਾ ਹੋ। ਥੋੜਾ ਸੋਚਣਾ ਚਾਹੀਦਾ ਆਪਾਂ। ਤੋ ਦਾਸ ਨਾਲ ਜਿਹੜਾ ਸੰਗਤ ਦਾ ਪਿਆਰ ਹੈ, ਤੇ ਸੰਗਤ ਨੇ ਸਾਰੀ ਨੇ ਪਲੈਨਿੰਗ ਅਸੀਂ ਕੀਤੀ ਹੈ ਤੇ ਕਰ ਵੀ ਰਹੇ ਹਾਂ ਵੀ ਜੇ ਸਰਕਾਰਾਂ ਨੇ ਨਾ ਨਿਆਂ ਦਿੱਤਾ ਫਿਰ ਬੈਠਾਂਗੇ ਅਸੀਂ, ਫਿਰ ਉੱਠਣ ਵਾਲੇ ਨਹੀਂ ਆ, ਫਿਰ ਉੱਥੇ ਕੀਰਤਨ ਹੀ ਚੱਲੂਗਾ। ਮਹਾਰਾਜ ਮਿਹਰ ਕਰ। ਆਓ ਹੁਣ ਸਮਾਪਤੀ ਕਰੀਏ। ਹਰ ਜਸ ਦੀ ਪੌੜੀ। ਸਾਨੂੰ ਤਾਂ ਸੱਚੀ ਗੱਲ ਦੱਸਾਂ, ਕੀਰਤਨ ਦਾ ਹੀ ਨਸ਼ਾ ਹੈ। ਜੇ ਕੀਰਤਨ ਬਾਹਰ ਨਹੀਂ ਨਾ ਹੁੰਦਾ, ਫਿਰ ਇਹ ਹੁੰਦਾ ਵੀ ਖੋਲੋ ਸਾਜ਼, ਇੱਥੇ ਹੀ ਕਰੀਏ ਆਪਾਂ। ਕੀਰਤਨ ਦਾ ਹੀ ਨਸ਼ਾ ਹੈ ਸੱਚਮੁੱਚ। ਬਸ ਇਹ ਜਿਹੜਾ ਰੰਗ ਹੈ, ਇਹ ਨਸ਼ਾ ਕੀਰਤਨ ਦਾ, ਇਹ ਸਾਰੀ ਜ਼ਿੰਦਗੀ ਨਾ ਉਤਰੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਦਿਨ ਰਾਤ। ਇਹ ਕਿਰਪਾ ਹੋਈ ਤੋ ਅੱਜ ਦਿਨ ਸਾਰਾ ਦਿਨ ਹੀ ਸੰਗਤ ਆਈ ਹੈ। ਸਭ ਦਾ ਹੀ ਧੰਨਵਾਦ। ਜਿਹੜੇ ਹੁਣ ਆਏ ਆ ਦੀਵਾਨ 'ਚ, ਤੁਹਾਡਾ ਵੀ ਧੰਨਵਾਦ। ਬਾਬਾ ਜੀ ਕਰਨੈਲ ਸਿੰਘ ਜੀ ਜਲੰਧਰ ਮਿੱਠਾਪੁਰ ਤੋਂ, ਇਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨਕੋਦਰ ਬਾਬਾ ਕੁੰਦਨ ਸਿੰਘ ਜੀ ਦੇ ਹੁਕਮ ਵਿੱਚ ਬੜੀ ਸੇਵਾ ਨਿਭਾਈ ਹੈ ਮਹਾਂਪੁਰਖਾਂ ਦੇ ਨਾਲ। ਇਹ ਪਿਆਰ ਕਰਦੇ ਆ, ਦਾਸ ਨਾਲ ਭਰਾਵਾਂ ਵਾਲਾ ਪਿਆਰ ਹੈ। ਤੇ ਹੋਰ ਸਾਰਾ ਜੱਥਾ, ਭੈਣ ਭਰਾ, ਤੁਸੀਂ ਸਾਰੇ ਹੀ ਆਪਣੇ ਹੋ। ਮਾਲਕ ਆਪਣੀ ਇਦਾਂ ਹੀ ਨਿਭਾਉਣ। ਸਭ ਦਾ ਹੀ ਧੰਨਵਾਦ। ਹਰ ਜਸ ਦੀ ਪੌੜੀ। ਭੁੱਲ ਚੁੱਕ ਦੀ ਮਾਫੀ ਦੇਣੀ ਜੀ। ਗੱਜ ਕੇ ਫਤਿਹ ਬੁਲਾ ਦਿਓ। ਆਖੋ ਵਾਹਿਗੁਰੂ ਜੀ ਕਾ ਖਾਲਸਾ। ਹਰ ਜਸ ਗਾਇਓ ਸੰਤ ਜਨਾਂ, ਹਰ ਜਸ ਗਾਇਓ, ਹਰ ਜਸ ਗਾਇਓ ਸੰਤ ਜਨਾਂ ਮਿਲ, ਹਰ ਜਸ ਗਾਇਓ ਸੰਤ ਜਨਾਂ ਮਿਲ। ਕੋਟ ਜਨਮ ਕੇ ਦੁੱਖ ਗਵਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਜੋ ਚਾਹਤ ਸੋਈ ਮਨ ਪਾਇਓ। ਕਰ ਕਿਰਪਾ ਹਰ ਨਾਮ ਦਿਵਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਸਰਬ ਸੁਖ ਹਰ ਨਾਮ ਵਡਾਈ, ਸਰਬ ਸੁਖ
दात तुए दाई दाया खेलै सगल जगत चंगियाइयां बुराइयां